ਮਾਣਯੋਗ ਸਪੀਕਰ ਜੀ, ਮੈਂ ਰਾਸ਼ਟਰਪਤੀ ਜੀ ਦੇ ਸੰਬੋਧਨ ਤੇ ਧੰਨਵਾਦ ਮਤੇ ਤੇ ਰਾਸ਼ਟਰਪਤੀ ਜੀ ਦਾ ਆਭਾਰ ਪ੍ਰਗਟ ਕਰਨ ਲਈ ਹਾਜ਼ਰ ਹੋਇਆ ਹਾਂ। ਮਾਣਯੋਗ ਰਾਸ਼ਟਰਪਤੀ ਜੀ ਨੇ ਨਿਊ ਇੰਡੀਆ ਦਾ ਵਿਜ਼ਨ ਆਪਣੇ ਭਾਸ਼ਣ ਵਿੱਚ ਪੇਸ਼ ਕੀਤਾ ਹੈ। 21ਵੀਂ ਸਦੀ ਦੇ ਤੀਜੇ ਦਹਾਕੇ ਦਾ ਮਾਣਯੋਗ ਰਾਸ਼ਟਰਪਤੀ ਜੀ ਦਾ ਇਹ ਭਾਸ਼ਣ ਇਸ ਦਹਾਕੇ ਲਈ ਸਾਨੂੰ ਸਾਰਿਆਂ ਨੂੰ ਦਿਸ਼ਾ ਦੇਣ ਵਾਲਾ, ਪ੍ਰੇਰਣਾ ਦੇਣ ਵਾਲਾ ਅਤੇ ਦੇਸ਼ ਦੇ ਹਰੇਕ ਵਿਅਕਤੀ ਵਿੱਚ ਵਿਸ਼ਵਾਸ ਪੈਦਾ ਕਰਨ ਵਾਲਾ ਹੈ। ਇਸ ਚਰਚਾ ਵਿੱਚ ਸਦਨ ਦੇ ਸਾਰੇ ਅਨੁਭਵੀ ਮਾਣਯੋਗ ਮੈਂਬਰਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਆਪਣੀਆਂ ਆਪਣੀਆਂ ਗੱਲਾਂ ਪੇਸ਼ ਕੀਤੀਆਂ ਹਨ, ਆਪਣੇ ਆਪਣੇ ਵਿਚਾਰ ਰੱਖੇ ਹਨ। ਚਰਚਾ ਨੂੰ ਸਫਲ ਕਰਨ ਦੀ ਹਰ ਕਿਸੇ ਨੇ ਆਪਣੇ ਤਰੀਕੇ ਨਾਲ ਕੋਸ਼ਿਸ਼ ਕੀਤੀ ਹੈ। ਸ਼੍ਰੀਮਾਨ ਅਧੀਰ ਰੰਜਨ ਚੌਧਰੀ ਜੀ, ਡਾਕਟਰ ਸ਼ਸ਼ੀ ਥਰੂਰ ਜੀ, ਸ਼੍ਰੀਮਾਨ ਓਵੈਸੀ ਜੀ, ਰਾਮ ਪ੍ਰਤਾਪ ਯਾਦਵ ਜੀ, ਪ੍ਰੀਤੀ ਚੌਧਰੀ ਜੀ, ਮਿਸ਼ਰਾ ਜੀ, ਅਖਿਲੇਸ਼ ਯਾਦਵ ਜੀ, ਕਈ ਨਾਮ ਹਨ। ਮੈਂ ਸਭ ਦੇ ਨਾਵਾਂ ਦਾ ਜ਼ਿਕਰ ਕਰਾਂ ਤਾਂ ਬਹੁਤ ਸਮਾਂ ਲੱਗੇਗਾ, ਪਰ ਮੈਂ ਕਹਾਂਗਾ ਕਿ ਹਰ ਇੱਕ ਨੇ ਆਪਣੇ ਆਪਣੇ ਤਰੀਕੇ ਨਾਲ ਆਪਣੇ ਵਿਚਾਰ ਪੇਸ਼ ਕੀਤੇ ਹਨ। ਪਰ ਇੱਕ ਪ੍ਰਸ਼ਨ ਇਹ ਉੱਠਿਆ ਹੈ ਕਿ ਸਰਕਾਰ ਨੂੰ ਇਹਨਾਂ ਸਾਰੇ ਕੰਮਾਂ ਦੀ ਇੰਨੀ ਜਲਦੀ ਕੀ ਹੈ? ਸਭ ਚੀਜ਼ਾਂ ਇਕੱਠੀਆਂ ਕਿਉਂ ਕਰ ਰਹੇ ਹਾਂ? ਮੈਂ ਸ਼ੁਰੂਆਤ ਵਿੱਚ ਸ਼੍ਰੀਮਾਨ ਸਰਵੇਸ਼ਵਰ ਦਿਆਲ ਜੀ ਦੀ ਇੱਕ ਕਵਿਤਾ ਬੋਲਣੀ ਚਾਹਾਂਗਾ ਅਤੇ ਉਹ ਸ਼ਾਇਦ ਸਾਡੇ ਸੰਸਕਾਰ ਵੀ ਹਨ, ਸਾਡੀ ਸਰਕਾਰ ਦਾ ਸੁਭਾਅ ਵੀ ਹੈ ਅਤੇ ਉਸੇ ਪ੍ਰੇਰਣਾ ਕਾਰਨ ਅਸੀਂ ਲੀਕ ਤੋਂ ਹਟ ਕੇ ਤੇਜ਼ ਗਤੀ ਨਾਲ ਅੱਗੇ ਵਧਣ ਦੀ ਦਿਸ਼ਾ ਵਿੱਚ ਕੋਸ਼ਿਸ਼ ਕਰ ਰਹੇ ਹਾਂ। ਫਿਲਹਾਲ ਸਰਵੇਸ਼ਵਰ ਦਿਆਲ ਜੀ ਨੇ ਆਪਣੀ ਕਵਿਤਾ ਵਿੱਚ ਲਿਖਿਆ ਹੈ ਕਿ लीक पर वे चलें जिनके चरण दुर्बल और हारे हैं, हम तो जो हमारी यात्रा से बने ऐसे अनिर्मित पंथ ही प्यारे हैं। मानयोग स्पीकर जी, ਹੁਣ ਇਸ ਲਈ ਲੋਕਾਂ ਨੇ ਸਿਰਫ ਇੱਕ ਸਰਕਾਰ ਹੀ ਬਦਲੀ ਹੈ, ਅਜਿਹਾ ਨਹੀਂ ਹੈ। ਸਰੋਕਾਰ ਵੀ ਬਦਲਣ ਦੀ ਉਮੀਦ ਹੈ। ਨਵੀਂ ਸੋਚ ਨਾਲ ਕੰਮ ਕਰਨ ਦੀ ਇੱਛਾ ਕਾਰਨ ਸਾਨੂੰ ਇੱਥੇ ਆ ਕੇ ਸੇਵਾ ਦਾ ਮੌਕਾ ਮਿਲਿਆ ਹੈ। ਪਰ ਜੇਕਰ ਅਸੀਂ ਉਸ ਤਰੀਕੇ ਨਾਲ ਚੱਲਦੇ, ਇਸ ਤਰੀਕੇ ਨਾਲ ਤੁਸੀਂ ਲੋਕ ਚੱਲਦੇ ਸੀ, ਉਸ ਰਸਤੇ 'ਤੇ ਚੱਲਦੇ, ਇਸ ਰਸਤੇ ਦੀ ਤੁਹਾਨੂੰ ਆਦਤ ਹੋ ਗਈ ਸੀ, ਤਾਂ ਸ਼ਾਇਦ 70 ਸਾਲ ਦੇ ਬਾਅਦ ਵੀ ਇਸ ਦੇਸ਼ ਵਿੱਚ ਧਾਰਾ 370 ਨਹੀਂ ਹਟਦੀ। ਤੁਹਾਡੇ ਹੀ ਤੌਰ ਤਰੀਕਿਆਂ ਨਾਲ ਚੱਲਦੇ ਤਾਂ ਮੁਸਲਿਮ ਭੈਣਾਂ ਨੂੰ 3 ਤਲਾਕ ਦੀ ਤਲਵਾਰ ਅੱਜ ਵੀ ਡਰਾਉਂਦੀ ਰਹਿੰਦੀ। ਜੇਕਰ ਤੁਹਾਡੇ ਹੀ ਰਸਤੇ 'ਤੇ ਚੱਲਦੇ ਤਾਂ ਨਾਬਾਲਿਗ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਦਾ ਕਾਨੂੰਨ ਨਾ ਬਣਦਾ। ਜੇਕਰ ਤੁਹਾਡੀ ਹੀ ਸੋਚ ਨਾਲ ਚੱਲਦੇ ਤਾਂ ਰਾਮ ਜਨਮ ਭੂਮੀ ਅੱਜ ਵੀ ਵਿਵਾਦਾਂ ਵਿੱਚ ਰਹਿੰਦੀ। ਜੇਕਰ ਤੁਹਾਡੀ ਹੀ ਸੋਚ ਹੁੰਦੀ ਤਾਂ ਕਰਤਾਰਪੁਰ ਲਾਂਘਾ ਕਦੇ ਨਾ ਬਣਦਾ। ਜੇਕਰ ਤੁਹਾਡੇ ਹੀ ਤਰੀਕੇ ਹੁੰਦੇ, ਤੁਹਾਡਾ ਹੀ ਰਸਤਾ ਹੁੰਦਾ, ਤਾਂ ਬੰਗਲਾਦੇਸ਼ ਸਰਹੱਦ ਵਿਵਾਦ ਕਦੇ ਨਾ ਸੁਲਝਦਾ। ਮਾਣਯੋਗ ਸਪੀਕਰ ਜੀ, ਜਦੋਂ ਮਾਣਯੋਗ ਸਪੀਕਰ ਜੀ ਨੂੰ ਦੇਖਦਾ ਹਾਂ, ਸੁਣਦਾ ਹਾਂ, ਤਾਂ ਸਭ ਤੋਂ ਪਹਿਲਾਂ ਕਿਰਨ ਰਿਜੀਜੂ ਜੀ ਨੂੰ ਵਧਾਈ ਦਿੰਦਾ ਹਾਂ, ਕਿਉਂਕਿ ਉਹਨਾਂ ਨੇ ਜੋ ਫਿਟ ਇੰਡੀਆ ਮੁਹਿੰਮ ਚਲਾਈ ਹੈ, ਉਸ ਫਿਟ ਇੰਡੀਆ ਮੁਹਿੰਮ ਦਾ ਪ੍ਰਚਾਰ ਪ੍ਰਸਾਰ ਬਹੁਤ ਵਧੀਆ ਢੰਗ ਨਾਲ ਕਰਦੇ ਹਨ। ਉਹ ਭਾਸ਼ਣ ਵੀ ਦਿੰਦੇ ਹਨ ਅਤੇ ਨਾਲ ਨਾਲ ਜਿਮ ਵੀ ਕਰਦੇ ਹਨ, ਕਿਉਂਕਿ ਇਹ ਫਿਟ ਇੰਡੀਆ ਨੂੰ ਬਲ ਦੇਣ ਲਈ, ਉਸ ਦੇ ਪ੍ਰਚਾਰ ਪ੍ਰਸਾਰ ਲਈ ਮੈਂ ਮਾਣਯੋਗ ਮੈਂਬਰ ਦਾ ਧੰਨਵਾਦ ਕਰਦਾ ਹਾਂ। ਮਾਣਯੋਗ ਸਪੀਕਰ ਜੀ, ਕੋਈ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਦੇਸ਼ ਚੁਣੌਤੀਆਂ ਨਾਲ ਲੋਹਾ ਲੈਣ ਲਈ ਹਰ ਪਲ ਕੋਸ਼ਿਸ਼ ਕਰਦਾ ਰਿਹਾ ਹੈ। ਕਦੇ-ਕਦੇ ਚੁਣੌਤੀਆਂ ਵੱਲ ਨਾ ਦੇਖਣ ਦੀ ਆਦਤ ਵੀ ਦੇਸ਼ ਨੇ ਦੇਖੀ ਹੈ। ਚੁਣੌਤੀਆਂ ਨੂੰ ਚੁਣਨ ਦੀ ਸਮਰੱਥਾ ਨਹੀਂ
ਅਜਿਹੇ ਲੋਕਾਂ ਨੂੰ ਵੀ ਦੇਖਿਆ ਹੈ, ਪਰ ਅੱਜ ਦੁਨੀਆ ਦੀ ਭਾਰਤ ਤੋਂ ਜੋ ਉਮੀਦ ਹੈ, ਅਸੀਂ ਜੇਕਰ ਚੁਣੌਤੀਆਂ ਨੂੰ ਚੁਣੌਤੀ ਨਹੀਂ ਦੇਵਾਂਗੇ, ਜੇਕਰ ਅਸੀਂ ਹਿੰਮਤ ਨਹੀਂ ਦਿਖਾਉਂਦੇ ਅਤੇ ਜੇਕਰ ਅਸੀਂ ਸਭ ਨੂੰ ਨਾਲ ਲੈ ਕੇ ਅੱਗੇ ਚੱਲਣ ਦੀ ਗਤੀ ਨਹੀਂ ਵਧਾਉਂਦੇ, ਤਾਂ ਸ਼ਾਇਦ ਦੇਸ਼ ਨੂੰ ਅਨੇਕ ਸਮੱਸਿਆਵਾਂ ਨਾਲ ਲੰਬੇ ਅਰਸੇ ਤੱਕ ਜੂਝਣਾ ਪੈਂਦਾ। ਅਤੇ ਇਸ ਦੇ ਬਾਅਦ ਮਾਣਯੋਗ ਸਪੀਕਰ ਜੀ, ਜੇਕਰ ਕਾਂਗਰਸ ਦੇ ਰਸਤੇ 'ਤੇ ਅਸੀਂ ਚੱਲਦੇ ਤਾਂ 50 ਸਾਲ ਦੇ ਬਾਅਦ ਵੀ ਦੁਸ਼ਮਣ ਸੰਪਤੀ ਕਾਨੂੰਨ ਦਾ ਇੰਤਜ਼ਾਰ ਦੇਸ਼ ਨੂੰ ਕਰਦੇ ਰਹਿਣਾ ਪੈਂਦਾ। 35 ਸਾਲ ਬਾਅਦ ਵੀ ਅਗਲੀ ਪੀੜ੍ਹੀ ਦੇ ਲੜਾਕੂ ਜਹਾਜ਼ ਦਾ ਇੰਤਜ਼ਾਰ ਦੇਸ਼ ਨੂੰ ਕਰਦੇ ਰਹਿਣਾ ਪੈਂਦਾ। 28 ਸਾਲ ਦੇ ਬਾਅਦ ਵੀ ਬੇਨਾਮੀ ਜਾਇਦਾਦ ਕਾਨੂੰਨ ਲਾਗੂ ਨਾ ਹੁੰਦਾ। 20 ਸਾਲ ਬਾਅਦ ਵੀ ਚੀਫ ਆਫ ਡਿਫੈਂਸ ਦੀ ਨਿਯੁਕਤੀ ਨਾ ਹੋ ਸਕਦੀ। ਮਾਣਯੋਗ ਸਪੀਕਰ ਜੀ, ਸਾਡੀ ਸਰਕਾਰ ਦੀ ਤੇਜ਼ ਗਤੀ ਦੀ ਵਜ੍ਹਾ ਨਾਲ ਅਤੇ ਸਾਡਾ ਮਕਸਦ ਹੈ, ਅਸੀਂ ਇੱਕ ਨਵੀਂ ਲਕੀਰ ਬਣਾ ਕੇ ਲੀਕ ਤੋਂ ਹਟ ਕੇ ਚੱਲਣਾ ਚਾਹੁੰਦੇ ਹਾਂ ਅਤੇ ਅਸੀਂ ਇਸ ਲਈ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਆਜ਼ਾਦੀ ਦੇ 70 ਸਾਲ ਬਾਅਦ ਦੇਸ਼ ਲੰਬਾ ਇੰਤਜ਼ਾਰ ਕਰਨ ਲਈ ਤਿਆਰ ਨਹੀਂ ਹੈ ਅਤੇ ਨਾ ਹੀ ਹੋਣਾ ਚਾਹੀਦਾ ਹੈ। ਅਤੇ ਇਸ ਲਈ ਸਾਡੀ ਕੋਸ਼ਿਸ਼ ਹੈ ਕਿ ਰਫ਼ਤਾਰ ਵੀ ਵਧੇ ਤੇ ਸਕੇਲ ਵੀ ਵਧੇ, ਦ੍ਰਿੜ ਵੀ ਹੋਵੇ, ਫੈਸਲਾ ਵੀ ਹੋਵੇ, ਸੰਵੇਦਨਸ਼ੀਲਤਾ ਵੀ ਹੋਵੇ ਅਤੇ ਹੱਲ ਵੀ ਹੋਵੇ। ਅਸੀਂ ਜਿਸ ਤੇਜ਼ ਗਤੀ ਨਾਲ ਕੰਮ ਕੀਤਾ ਹੈ ਅਤੇ ਉਸ ਤੇਜ਼ ਗਤੀ ਨਾਲ ਕੰਮ ਕਰਨ ਦਾ ਨਤੀਜਾ ਹੈ ਕਿ ਦੇਸ਼ ਦੀ ਜਨਤਾ ਨੇ 5 ਸਾਲ ਵਿੱਚ ਦੇਖਿਆ ਹੈ ਅਤੇ ਦੇਖਣ ਦੇ ਬਾਅਦ ਉਸੇ ਤੇਜ਼ ਗਤੀ ਨਾਲ ਅੱਗੇ ਵਧਣ ਲਈ ਜ਼ਿਆਦਾ ਤਾਕਤ ਨਾਲ ਸਾਨੂੰ ਫਿਰ ਤੋਂ ਖੜਾ ਕਰਨ ਦਾ ਮੌਕਾ ਦਿੱਤਾ ਹੈ। ਜੇਕਰ ਇਹ ਤੇਜ਼ ਗਤੀ ਨਾ ਹੁੰਦੀ ਤਾਂ 37 ਕਰੋੜ ਲੋਕਾਂ ਦੇ ਬੈਂਕ ਖਾਤੇ ਇੰਨੇ ਘੱਟ ਸਮੇਂ ਵਿੱਚ ਨਾ ਖੁੱਲ੍ਹਦੇ। ਜੇਕਰ ਗਤੀ ਤੇਜ਼ ਨਾ ਹੁੰਦੀ ਤਾਂ 11 ਕਰੋੜ ਲੋਕਾਂ ਦੇ ਘਰਾਂ ਵਿੱਚ ਪਖਾਨਿਆਂ ਦਾ ਕੰਮ ਪੂਰਾ ਨਾ ਹੁੰਦਾ। ਜੇਕਰ ਗਤੀ ਤੇਜ਼ ਨਾ ਹੁੰਦੀ ਤਾਂ 13 ਕਰੋੜ ਪਰਿਵਾਰਾਂ ਵਿੱਚ ਗੈਸ ਦਾ ਚੁੱਲ੍ਹਾ ਨਾ ਬਲਦਾ। ਜੇਕਰ ਗਤੀ ਤੇਜ਼ ਨਾ ਹੁੰਦੀ ਤਾਂ 2 ਕਰੋੜ ਨਵੇਂ ਘਰ ਨਾ ਬਣਦੇ ਗਰੀਬਾਂ ਦੇ ਲਈ। ਜੇਕਰ ਗਤੀ ਤੇਜ਼ ਨਾ ਹੁੰਦੀ, ਲੰਬੇ ਅਰਸੇ ਤੋਂ ਅਟਕੀਆਂ ਹੋਈਆਂ ਦਿੱਲੀ ਦੀਆਂ 1700 ਤੋਂ ਵੱਧ ਗੈਰ ਕਾਨੂੰਨੀ ਕਲੋਨੀਆਂ, 40 ਲੱਖ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਜੋ ਅੱਧ ਵਿਚਕਾਰ ਲਟਕੀ ਹੋਈ ਸੀ, ਉਹ ਕੰਮ ਪੂਰਾ ਨਾ ਹੁੰਦਾ। ਅੱਜ ਉਹਨਾਂ ਨੂੰ ਆਪਣੇ ਘਰ ਦਾ ਹੱਕ ਵੀ ਮਿਲ ਗਿਆ ਹੈ। ਮਾਣਯੋਗ ਸਪੀਕਰ ਜੀ, ਇੱਥੇ ਨਾਰਥ ਈਸਟ ਦੀ ਵੀ ਚਰਚਾ ਹੋਈ ਹੈ। ਉੱਤਰ ਪੂਰਬ ਨੂੰ ਕਿੰਨੇ ਦਹਾਕਿਆਂ ਤੱਕ ਇੰਤਜ਼ਾਰ ਕਰਨਾ ਪਿਆ। ਉੱਥੇ ਰਾਜਨੀਤਿਕ ਸਮੀਕਰਨ ਬਦਲਣ ਦੀ ਸਮਰੱਥਾ ਨਹੀਂ ਹੈ ਅਤੇ ਇਸ ਲਈ ਰਾਜਨੀਤਿਕ ਤੱਕੜੀ ਤੋਂ ਜਦੋਂ ਫੈਸਲੇ ਹੁੰਦੇ ਹਨ ਤਾਂ ਹਮੇਸ਼ਾ ਹੀ ਉਹ ਖੇਤਰ ਅਣਦੇਖਿਆ ਰਿਹਾ ਹੈ। ਸਾਡੇ ਲਈ ਉੱਤਰ ਪੂਰਬ ਵੋਟ ਦੇ ਤਰਾਜੂ ਨਾਲ ਤੋਲਣ ਵਾਲਾ ਖੇਤਰ ਨਹੀਂ ਹੈ। ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਨਾਲ-ਨਾਲ ਦੂਰ ਦੁਰਾਡੇ ਖੇਤਰ ਵਿੱਚ ਬੈਠੇ ਭਾਰਤ ਦੇ ਨਾਗਰਿਕਾਂ ਲਈ
ਅਤੇ ਉਹਨਾਂ ਦੀ ਸਮਰੱਥਾ ਦਾ ਭਾਰਤ ਦੇ ਵਿਕਾਸ ਲਈ ਢੁਕਵਾਂ ਉਪਯੋਗ ਹੋਵੇ, ਸ਼ਕਤੀਆਂ ਕੰਮ ਆਉਣ, ਦੇਸ਼ ਨੂੰ ਅੱਗੇ ਵਧਣ ਵਿੱਚ ਲਈ ਕੰਮ ਆਉਣ। ਇਸ ਸ਼ਰਧਾ ਨਾਲ ਉੱਥੋਂ ਦੇ ਇੱਕ ਇੱਕ ਨਾਗਰਿਕ ਪ੍ਰਤੀ ਅਪਾਰ ਵਿਸ਼ਵਾਸ ਨਾਲ ਅੱਗੇ ਵਧਣ ਦੀ ਸਾਡੀ ਕੋਸ਼ਿਸ਼ ਰਹੀ ਹੈ। ਅਤੇ ਇਸੇ ਕਾਰਨ ਉੱਤਰ ਪੂਰਬ ਵਿੱਚ ਪਿਛਲੇ 5 ਸਾਲ ਵਿੱਚ ਜੋ ਦਿੱਲੀ ਕਦੇ ਉਹਨਾਂ ਨੂੰ ਦੂਰ ਲੱਗਦੀ ਸੀ, ਅੱਜ ਦਿੱਲੀ ਉਹਨਾਂ ਦੇ ਦਰਵਾਜ਼ੇ 'ਤੇ ਜਾ ਕੇ ਖੜੀ ਹੋ ਗਈ ਹੈ। ਲਗਾਤਾਰ ਮੰਤਰੀ ਦਫ਼ਤਰ ਦਾ ਦੌਰਾ ਕਰਦੇ ਰਹੇ, ਰਾਤ ਰਾਤ ਭਰ ਉੱਥੇ ਰੁਕਦੇ ਰਹੇ, ਛੋਟੇ ਛੋਟੇ ਇਲਾਕਿਆਂ ਵਿੱਚ ਜਾਂਦੇ ਰਹੇ, ਟੀਅਰ 2 ਟੀਅਰ 3 ਛੋਟੇ ਇਲਾਕਿਆਂ ਵਿੱਚ ਗਏ, ਲੋਕਾਂ ਨਾਲ ਸੰਵਾਦ ਕੀਤਾ, ਉਹਨਾਂ ਵਿੱਚ ਲਗਾਤਾਰ ਵਿਸ਼ਵਾਸ ਪੈਦਾ ਕੀਤਾ। ਅਤੇ ਵਿਸ਼ਵਾਸ ਦੀਆਂ ਜੋ ਲੋੜਾਂ ਹੁੰਦੀਆਂ 21ਵੀਂ ਸਦੀ ਨਾਲ ਜੁੜੀਆਂ ਹੋਈਆਂ, ਚਾਹੇ ਬਿਜਲੀ ਦੀ ਗੱਲ ਹੋਵੇ, ਚਾਹੇ ਰੇਲ ਦੀ ਗੱਲ ਹੋਵੇ, ਚਾਹੇ ਹਵਾਈ ਅੱਡੇ ਦੀ ਗੱਲ ਹੋਵੇ, ਚਾਹੇ ਮੋਬਾਈਲ ਕਨੈਕਟੀਵਿਟੀ ਦੀ ਗੱਲ ਹੋਵੇ, ਇਹ ਸਭ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਹੈ। ਅਤੇ ਉਹ ਵਿਸ਼ਵਾਸ ਦਾ ਕਿੰਨਾ ਵੱਡਾ ਨਤੀਜਾ ਦਿੰਦਾ ਹੈ, ਉਹ ਇਸ ਸਰਕਾਰ ਦੇ ਕਾਰਜਕਾਲ ਵਿੱਚ ਦੇਖਿਆ ਜਾ ਰਿਹਾ ਹੈ। ਇੱਥੇ ਇੱਕ ਬੋਡੋ ਦੀ ਚਰਚਾ ਵੀ ਹੋਈ ਅਤੇ ਇਹ ਕਿਹਾ ਗਿਆ ਕਿ ਇਹ ਤਾਂ ਪਹਿਲੀ ਵਾਰ ਹੋਇਆ ਹੈ। ਅਸੀਂ ਕਦੇ ਵੀ ਇਹ ਨਹੀਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ। ਅਸੀਂ ਇਹੀ ਕਹਿ ਰਹੇ ਹਾਂ ਕਿ ਬਹੁਤ ਪ੍ਰਯੋਗ ਹੋਏ ਹਨ ਅਤੇ ਅਜੇ ਵੀ ਪ੍ਰਯੋਗ ਹੋ ਰਹੇ ਹਨ। ਲੇਕਿਨ ਜੋ ਕੁਝ ਵੀ ਹੋਇਆ ਰਾਜਨੀਤਿਕ ਤਰਾਜੂ ਨਾਲ ਲੇਖਾ ਜੋਖਾ ਕਰਕੇ ਕੀਤਾ ਗਿਆ। ਜੋ ਵੀ ਕੀਤਾ ਗਿਆ ਅੱਧੇ ਅਧੂਰੇ ਮਨ ਨਾਲ ਕੀਤਾ ਗਿਆ। ਜੋ ਵੀ ਕੀਤਾ ਗਿਆ ਇੱਕ ਪ੍ਰਕਾਰ ਨਾਲ ਖਾਨਾ ਪੂਰਤੀ ਕੀਤੀ ਗਈ ਅਤੇ ਉਸ ਕਾਰਨ ਸਮਝੌਤੇ ਕਾਗਜ਼ 'ਤੇ ਹੋ ਗਏ, ਫੋਟੋ ਵੀ ਛਪ ਗਈ, ਵਾਹਵਾਹੀ ਵੀ ਹੋ ਗਈ। ਬਹੁਤ ਮਾਣ ਨਾਲ ਅੱਜ ਉਸ ਦੀ ਚਰਚਾ ਵੀ ਹੋ ਰਹੀ ਹੈ। ਲੇਕਿਨ ਕਾਗਜ਼ 'ਤੇ ਕੀਤੇ ਗਏ ਸਮਝੌਤੇ ਨਾਲ ਇੰਨੇ ਸਾਲਾਂ ਦੇ ਬਾਅਦ ਵੀ ਬੋਡੋ ਸਮਝੌਤੇ ਦੀ ਸਮੱਸਿਆ ਦਾ ਹੱਲ ਨਹੀਂ ਨਿਕਲਿਆ। 4000 ਤੋਂ ਜ਼ਿਆਦਾ ਨਿਰਦੋਸ਼ ਲੋਕ ਮੌਤ ਦੇ ਘਾਟ ਉਤਾਰੇ ਗਏ। ਅਨੇਕ ਪ੍ਰਕਾਰ ਦੀਆਂ ਬਿਮਾਰੀਆਂ ਸਮਾਜ ਜੀਵਨ ਨੂੰ ਜੋ ਸੰਕਟ ਵਿੱਚ ਪਾ ਦੇਣ ਅਜਿਹੀਆਂ ਹੁੰਦੀਆਂ ਗਈਆਂ। ਇਸ ਵਾਰ ਜੋ ਸਮਝੌਤਾ ਹੋਇਆ ਹੈ ਉਹ ਇੱਕ ਪ੍ਰਕਾਰ ਦਾ ਉੱਤਰ ਪੂਰਬ ਲਈ ਵੀ ਅਤੇ ਦੇਸ਼ ਵਿੱਚ ਆਮ ਇਨਸਾਨ ਨੂੰ ਇਨਸਾਫ ਦੇਣ ਵਾਲਿਆਂ ਲਈ ਇੱਕ ਸੰਦੇਸ਼ ਦੇਣ ਵਾਲੀ ਘਟਨਾ ਹੈ। ਇਹ ਠੀਕ ਹੈ ਕਿ ਸਾਡੀ ਜ਼ਰਾ ਵੀ ਕੋਸ਼ਿਸ਼ ਨਹੀਂ ਹੈ ਤਾਂ ਕਿ ਸਾਡੀ ਗੱਲ ਬਾਰ-ਬਾਰ ਉਜਾਗਰ ਹੋਵੇ, ਫੈਲੇ। ਲੇਕਿਨ ਅਸੀਂ ਮਿਹਨਤ ਕਰਾਂਗੇ, ਕੋਸ਼ਿਸ਼ ਕਰਾਂਗੇ। ਪਰ ਇਸ ਵਾਰ ਦੇ ਸਮਝੌਤੇ ਦੀ ਵਿਸ਼ੇਸ਼ਤਾ ਇਹ ਹੈ, ਸਾਡੇ ਹਥਿਆਰੀ ਗਰੁੱਪ ਇਕੱਠੇ ਆਏ ਹਨ। ਸਾਰੇ ਹਥਿਆਰ, ਸਾਰੇ ਅੰਡਰਗਰਾਊਂਡ ਲੋਕਾਂ ਨੇ ਆਤਮ ਸਮਰਪਣ ਕੀਤੇ ਹਨ। ਅਤੇ ਦੂਜਾ, ਉਸ ਸਮਝੌਤੇ ਦੇ ਐਗਰੀਮੈਂਟ ਵਿੱਚ ਲਿਖਿਆ ਹੈ ਕਿ ਇਸ ਦੇ ਬਾਅਦ ਬੋਡੋ ਸਮੱਸਿਆ ਨਾਲ ਜੁੜੀ ਹੋਈ ਕੋਈ ਵੀ ਮੰਗ ਬਾਕੀ ਨਹੀਂ ਹੈ। ਉੱਤਰ ਪੂਰਬ ਵਿੱਚ ਸਾਡੇ ਸਭ ਤੋਂ ਪਹਿਲਾਂ ਸੂਰਜ ਪਹਿਲਾਂ ਉੱਗਦਾ ਹੈ, ਪਰ ਸੁਬਾਹ ਨਹੀਂ ਆਉਂਦੀ ਸੀ। ਸੂਰਜ ਤਾਂ ਆ ਜਾਂਦਾ ਸੀ, ਹਨੇਰਾ ਖਤਮ ਨਹੀਂ ਹੁੰਦਾ ਸੀ। ਅੱਜ ਮੈਂ ਕਹਿ ਸਕਦਾ ਹਾਂ ਕਿ ਅੱਜ ਨਵੀਂ ਸਵੇਰ ਆਈ ਹੈ, ਨਵਾਂ ਸਵੇਰਾ ਆਇਆ ਹੈ, ਨਵਾਂ ਉਜਾਲਾ ਆਇਆ ਹੈ। ਅਤੇ ਉਹ ਪ੍ਰਕਾਸ਼ ਜਦੋਂ ਤੁਸੀਂ ਆਪਣੇ ਚਸ਼ਮੇ ਬਦਲੋਗੇ ਉਦੋਂ ਦਿਖਾਈ ਦੇਗਾ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਕਿਉਂਕਿ ਤੁਸੀਂ ਬੋਲਣ ਵਿਚਕਾਰ ਮੈਨੂੰ ਵਿਰਾਮ ਦੇ ਰਹੇ ਹੋ। ਕੱਲ੍ਹ ਇੱਥੇ ਸਵਾਮੀ ਵਿਵੇਕਾਨੰਦ ਜੀ ਦੇ ਮੋਢਿਆਂ ਤੋਂ ਬੰਦੂਕਾਂ ਚਲਾਈਆਂ ਗਈਆਂ, ਪਰ ਮੈਨੂੰ ਇੱਕ ਪੁਰਾਣੀ ਛੋਟੀ ਜਿਹੀ ਕਥਾ ਯਾਦ ਆਉਂਦੀ ਹੈ। ਇੱਕ ਵਾਰ ਕੁਝ ਲੋਕ ਰੇਲ ਵਿੱਚ ਸਫ਼ਰ ਕਰ ਰਹੇ ਸਨ ਅਤੇ ਜਦੋਂ
ਰੇਲ ਵਿੱਚ ਸਫ਼ਰ ਕਰ ਰਹੇ ਸਨ ਤਾਂ ਰੇਲ ਜਿਵੇਂ ਹੀ ਗਤੀ ਫੜਦੀ ਸੀ ਉਦੋਂ ਹੀ ਪਟਰੀ ਵਿੱਚ ਆਵਾਜ਼ ਆਉਂਦੀ ਹੈ। ਸਭ ਦਾ ਤਜਰਬਾ ਹੈ। ਤਾਂ ਉੱਥੇ ਬੈਠੇ ਹੋਏ ਇੱਕ ਸੰਤ ਮਹਾਤਮਾ ਸਨ। ਉਹਨਾਂ ਨੇ ਕਿਹਾ ਕਿ ਦੇਖੋ ਪਟੜੀ ਵਿੱਚੋਂ ਕਿਵੇਂ ਆਵਾਜ਼ ਆ ਰਹੀ ਹੈ। ਇਹ ਨਿਰਜੀਵ ਪਟੜੀ ਵੀ ਸਾਨੂੰ ਕਹਿ ਰਹੀ ਹੈ ਕਿ ਪ੍ਰਭੂ ਕਰ ਦੇ ਬੇੜਾ ਪਾਰ। ਤਾਂ ਦੂਜੇ ਸੰਤ ਨੇ ਕਿਹਾ ਨਹੀਂ ਯਾਰ, ਮੈਂ ਨਹੀਂ ਸੁਣਿਆ, ਮੈਨੂੰ ਤਾਂ ਸੁਣਾਈ ਦੇ ਰਿਹਾ ਹੈ ਕਿ ਪ੍ਰਭੂ ਤੇਰੀ ਲੀਲਾ ਅਪਰੰਪਾਰ, ਪ੍ਰਭੂ ਤੇਰੀ ਲੀਲਾ ਅਪਰੰਪਾਰ। ਉੱਥੇ ਇੱਕ ਮੌਲਵੀ ਜੀ ਬੈਠੇ ਸਨ। ਉਹਨਾਂ ਕਿਹਾ ਮੈਨੂੰ ਤਾਂ ਸੁਣਾਈ ਦੇ ਰਿਹਾ ਹੈ। ਦੂਜੇ ਸੰਤਾਂ ਨੇ ਕਿਹਾ ਕਿ ਤੁਹਾਨੂੰ ਕੀ ਸੁਣਾਈ ਦੇ ਰਿਹਾ ਹੈ? ਉਹਨਾਂ ਨੇ ਕਿਹਾ ਮੈਨੂੰ ਸੁਣਾਈ ਦੇ ਰਿਹਾ ਹੈ ਯਾ ਅੱਲਾ ਤੇਰੀ ਰਹਿਮਤ, ਯਾ ਅੱਲਾ ਤੇਰੀ ਰਹਿਮਤ। ਤਾਂ ਉੱਥੇ ਇੱਕ ਪਹਿਲਵਾਨ ਬੈਠੇ ਸਨ। ਉਹਨਾਂ ਨੇ ਕਿਹਾ ਮੈਨੂੰ ਵੀ ਸੁਣਾਈ ਦੇ ਰਿਹਾ ਹੈ, ਖਾ ਰਬੜੀ ਕਰ ਕਸਰਤ, ਖਾ ਰਬੜੀ ਕਰ ਕਸਰਤ। ਕੱਲ ਜੋ ਵਿਵੇਕਾਨੰਦ ਜੀ ਦੇ ਨਾਂ ਨਾਲ ਕਿਹਾ ਗਿਆ, ਜਿਵੇਂ ਮਨ ਦੀ ਰਚਨਾ ਹੁੰਦੀ ਹੈ ਉਵੇਂ ਹੀ ਸੁਣਦਾ ਹੈ। ਤੁਹਾਨੂੰ ਇਹ ਦੇਖਣ ਲਈ ਇੰਨੀ ਦੂਰ ਨਜ਼ਰ ਕਰਨ ਦੀ ਜ਼ਰੂਰਤ ਹੀ ਨਹੀਂ ਸੀ, ਬਹੁਤ ਕੁਝ ਕੋਲ ਹੀ ਹੈ। ਮਾਣਯੋਗ ਸਪੀਕਰ ਜੀ, ਮੇਰੀ ਕਿਸਾਨਾਂ ਦੇ ਵਿਸ਼ੇ ਵਿੱਚ ਗੱਲਬਾਤ ਹੋਈ ਹੈ। ਬਹੁਤ ਸਾਰੇ ਮਹੱਤਵਪੂਰਨ ਕੰਮ, ਬਹੁਤ ਸਾਰੇ ਨਵੇਂ ਤਰੀਕੇ ਨਾਲ, ਨਵੀਂ ਸੋਚ ਨਾਲ ਪਿਛਲੇ ਦਿਨਾਂ ਵਿੱਚ ਕੀਤਾ ਗਿਆ ਹੈ ਅਤੇ ਮਾਣਯੋਗ ਰਾਸ਼ਟਰਪਤੀ ਜੀ ਨੇ ਆਪਣੇ ਭਾਸ਼ਣ ਵਿੱਚ ਉਹਨਾਂ ਦਾ ਜ਼ਿਕਰ ਵੀ ਕੀਤਾ ਹੈ। ਲੇਕਿਨ ਜਿਸ ਪ੍ਰਕਾਰ ਨਾਲ ਇੱਥੇ ਚਰਚਾ ਕਰਨ ਦੀ ਕੋਸ਼ਿਸ਼ ਹੋਈ ਹੈ, ਮੈਂ ਨਹੀਂ ਜਾਣਦਾ ਕਿ ਉਹ ਅਗਿਆਨਤਾ ਕਰਕੇ ਹੈ ਜਾਂ ਜਾਣਬੁੱਝ ਕੇ ਕਰ ਰਹੇ ਹਨ, ਕਿਉਂਕਿ ਕੁਝ ਅਜਿਹੀਆਂ ਚੀਜ਼ਾਂ ਹਨ ਜੇਕਰ ਜਾਣਕਾਰੀ ਹੋਵੇ ਵੀ ਤਾਂ ਸ਼ਾਇਦ ਅਸੀਂ ਅਜਿਹਾ ਨਹੀਂ ਕਰਦੇ। ਅਸੀਂ ਜਾਣਦੇ ਹਾਂ ਕਿ 1.5 ਗੁਣਾ ਅਲੱਗ ਤੋਂ ਕਰਨ ਵਾਲਾ ਵਿਸ਼ਾ ਹੈ, ਕਿੰਨੇ ਲੰਬੇ ਸਮੇਂ ਤੋਂ ਅਟਕਿਆ ਹੋਇਆ ਹੈ। ਸਾਡੇ ਸਮੇਂ ਦਾ ਨਹੀਂ ਸੀ, ਪਹਿਲਾਂ ਦਾ ਸੀ, ਪਰ ਇਹ ਕਿਸਾਨਾਂ ਪ੍ਰਤੀ ਸਾਡੀ ਜ਼ਿੰਮੇਵਾਰੀ ਸੀ ਕਿ ਉਸ ਕੰਮ ਨੂੰ ਵੀ ਅਸੀਂ ਪੂਰਾ ਕਰ ਦਿੱਤਾ। ਮੈਂ ਹੈਰਾਨ ਹਾਂ, ਸਿੰਚਾਈ ਯੋਜਨਾਵਾਂ 20-20 ਸਾਲਾਂ ਤੋਂ ਪਈਆਂ ਨੇ, ਕੋਈ ਪੁੱਛਣ ਵਾਲਾ ਨਹੀਂ ਸੀ, ਫੋਟੋ ਖਿਚਵਾ ਲਈ, ਬਸ ਕੰਮ ਹੋ ਗਿਆ। ਸਾਨੂੰ ਅਜਿਹੀਆਂ 99 ਯੋਜਨਾਵਾਂ ਨੂੰ ਹੱਥ ਪਾਉਣ ਦਾ ਮੌਕਾ ਮਿਲਿਆ। $1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰਕੇ ਉਹਨਾਂ ਨੂੰ ਲੌਜੀਕਲ ਐਂਡ ਤੱਕ ਲੈ ਗਏ। ਅਤੇ ਹੁਣ ਕਿਸਾਨਾਂ ਨੂੰ ਉਸ ਦਾ ਫਾਇਦਾ ਹੋਣਾ ਸ਼ੁਰੂ ਹੋਣ ਲੱਗਿਆ ਹੈ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਇਸ ਵਿਵਸਥਾ ਨਾਲ ਕਿਸਾਨਾਂ ਵਿੱਚ ਲਗਾਤਾਰ ਵਿਸ਼ਵਾਸ ਪੈਦਾ ਹੋਇਆ ਹੈ। ਕਿਸਾਨਾਂ ਵੱਲੋਂ ਕਰੀਬ 13,000 ਕਰੋੜ ਰੁਪਏ ਪ੍ਰੀਮੀਅਮ ਆਇਆ ਹੈ, ਪਰ ਕੁਦਰਤੀ ਆਫਤ ਕਾਰਨ ਜੋ ਨੁਕਸਾਨ ਹੋਇਆ ਉਸ ਤਹਿਤ ਕਰੀਬ 56,000 ਕਰੋੜ ਰੁਪਏ ਕਿਸਾਨਾਂ ਨੂੰ ਬੀਮਾ ਯੋਜਨਾ ਤਹਿਤ ਪ੍ਰਾਪਤ ਹੋਏ ਹਨ। ਕਿਸਾਨ ਦੀ ਆਮਦਨ ਵਧੀ ਹੈ। ਇਹ ਸਾਡੀਆਂ ਤਰਜੀਹਾਂ ਨੇ। ਲਾਗਤ ਘੱਟ ਹੋਵੇ, ਇਹ ਸਾਡੀ ਤਰਜੀਹ ਹੈ। ਅਤੇ ਪਹਿਲਾਂ MSP ਦੇ ਨਾਂ 'ਤੇ ਕੀ ਹੁੰਦਾ ਸੀ? ਸਾਡੇ ਦੇਸ਼ ਵਿੱਚ ਪਹਿਲਾਂ 7 ਲੱਖ ਟਨ ਦਾਲ, ਤੇਲ ਵਾਲੇ ਬੀਜਾਂ ਦੀ ਖਰੀਦ ਹੋਈ ਹੈ। ਸਾਡੇ ਕਾਰਜਕਾਲ ਵਿੱਚ 100 ਲੱਖ ਟਨ। E-ਨੈਮ ਯੋਜਨਾ ਅੱਜ ਡਿਜੀਟਲ ਵਿਸ਼ਵ ਹੈ। ਸਾਡਾ ਕਿਸਾਨ ਮੋਬਾਈਲ ਫੋਨ ਤੋਂ ਦੁਨੀਆ ਦੇ ਭਾਅ ਦੇਖ ਰਿਹਾ ਹੈ, ਸਮਝ ਰਿਹਾ ਹੈ।
ਈ-ਨੈਮ ਯੋਜਨਾ ਦੇ ਨਾਮ ਤੇ ਕਿਸਾਨ ਆਪਣਾ ਬਾਜ਼ਾਰ ਵਿੱਚ ਮਾਲ ਵੇਚ ਸਕਦੇ ਹਨ ਅਤੇ ਮੈਨੂੰ ਖੁਸ਼ੀ ਹੈ ਕਿ ਪਿੰਡ ਦਾ ਕਿਸਾਨ ਇਸ ਵਿਵਸਥਾ ਨਾਲ ਕਰੀਬ ਪੌਣੇ 2 ਕਰੋੜ ਕਿਸਾਨ ਹੁਣ ਤੱਕ ਉਸ ਨਾਲ ਜੁੜ ਚੁੱਕੇ ਨੇ ਅਤੇ ਕਰੀਬ 1 ਲੱਖ ਕਰੋੜ ਕਾਰੋਬਾਰ ਕਿਸਾਨਾਂ ਨੇ ਆਪਣੀ ਪੈਦਾਵਾਰ ਦਾ ਇਸ ਈ-ਨੈਮ ਯੋਜਨਾ ਨਾਲ ਕੀਤਾ ਹੈ। ਅਸੀਂ ਕਿਸਾਨ ਕ੍ਰੈਡਿਟ ਕਾਰਡ ਦਾ ਵਿਸਥਾਰ ਹੋਵੇ, ਮੱਛੀ ਪਾਲਣ ਹੋਵੇ, ਮੁਰਗੀ ਪਾਲਣ ਹੋਵੇ, ਸੌਰ ਊਰਜਾ ਵੱਲ ਜਾਣ ਦੀ ਕੋਸ਼ਿਸ਼ ਹੋਵੇ, ਸੋਲਰ ਪੰਪ ਦੀ ਗੱਲ ਹੋਵੇ, ਅਜਿਹੀਆਂ ਨਵੀਆਂ ਅਨੇਕਾਂ ਚੀਜ਼ਾਂ ਜੋੜੀਆਂ ਹਨ ਜਿਸ ਕਾਰਨ ਅੱਜ ਉਸ ਦੀ ਆਰਥਿਕ ਸਥਿਤੀ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ। 2014 ਵਿੱਚ ਸਾਡੇ ਆਉਣ ਤੋਂ ਪਹਿਲਾਂ ਖੇਤੀ ਮੰਤਰਾਲੇ ਦਾ ਬਜਟ 27,000 ਕਰੋੜ ਰੁਪਏ ਦਾ ਸੀ। ਹੁਣ ਇਹ ਵੱਧ ਕੇ 5 ਗੁਣਾ 27,000 ਕਰੋੜ ਦਾ ਵੱਧ ਕੇ 5 ਗੁਣਾ ਅਤੇ ਲਗਭਗ 1.5 ਲੱਖ ਕਰੋੜ ਰੁਪਏ ਤੇ ਅਸੀਂ ਪਹੁੰਚਾਇਆ ਹੈ। PM ਕਿਸਾਨ ਸਨਮਾਨ ਯੋਜਨਾ ਨਾਲ ਕਿਸਾਨਾਂ ਦੇ ਖਾਤੇ ਵਿੱਚ ਸਿੱਧੇ ਪੈਸੇ ਜਾਂਦੇ ਹਨ। ਹੁਣ ਤੱਕ ਕਰੀਬ 45,000 ਕਰੋੜ ਰੁਪਏ ਕਿਸਾਨਾਂ ਦੇ ਖਾਤੇ ਵਿੱਚ ਟ੍ਰਾਂਸਫਰ ਹੋ ਚੁੱਕੇ ਹਨ। ਕੋਈ ਵਿਚੋਲਾ ਨਹੀਂ ਹੈ। ਇੱਕ ਕਲਿੱਕ ਦਬਾਇਆ, ਪੈਸੇ ਪਹੁੰਚ ਗਏ। ਪਰ ਮੈਂ ਜ਼ਰੂਰ ਇੱਥੇ ਮਾਣਯੋਗ ਮੈਂਬਰਾਂ ਨੂੰ ਤਾਕੀਦ ਕਰਾਂਗਾ ਕਿ ਰਾਜਨੀਤੀ ਕਰਦੇ ਰਹੋ, ਕਰਨੀ ਵੀ ਚਾਹੀਦੀ ਹੈ, ਮੈਂ ਜਾਣਦਾ ਹਾਂ, ਲੇਕਿਨ ਕੀ ਅਸੀਂ ਰਾਜਨੀਤੀ ਕਰਨ ਲਈ ਕਿਸਾਨਾਂ ਦੇ ਹਿੱਤਾਂ ਨਾਲ ਖਿਲਵਾੜ ਕਰਾਂਗੇ? ਮੈਂ ਉਹਨਾਂ ਮਾਣਯੋਗ ਮੈਂਬਰਾਂ ਨੂੰ ਇਸ ਵਿਸ਼ੇ ਦੀ ਬੇਨਤੀ ਕਰਾਂਗਾ ਕਿ ਆਪਣੇ ਰਾਜ ਵਿੱਚ ਦੇਖੋ ਜੋ ਕਿਸਾਨ ਦੇ ਨਾਂ ਤੇ ਵੱਧ ਚੜ੍ਹ ਕੇ ਬੋਲ ਰਹੇ ਹਨ, ਉਹ ਜ਼ਰਾ ਜ਼ਿਆਦਾ ਧਿਆਨ ਦੇਣ ਕਿ ਕੀ ਉਹਨਾਂ ਦੇ ਰਾਜ ਦੇ ਕਿਸਾਨ ਨੂੰ PM ਕਿਸਾਨ ਸਨਮਾਨ ਨਿਧੀ ਮਿਲੀ। ਉਸ ਲਈ ਉਹ ਸਰਕਾਰਾਂ ਕਿਸਾਨਾਂ ਦੀ ਸੂਚੀ ਕਿਉਂ ਨਹੀਂ ਦੇ ਰਹੀਆਂ? ਇਹ ਯੋਜਨਾ ਦੇ ਨਾਲ ਕਿਉਂ ਨਹੀਂ ਜੁੜ ਰਹੇ? ਨੁਕਸਾਨ ਕਿਸ ਦਾ ਹੋਇਆ? ਕਿਸ ਦਾ ਨੁਕਸਾਨ ਹੋਇਆ? ਉਸ ਰਾਜ ਦੇ ਕਿਸਾਨ ਦਾ ਹੋਇਆ। ਮੈਂ ਚਾਹਾਂਗਾ ਕਿ ਇੱਥੇ ਕੋਈ ਅਜਿਹਾ ਮਾਣਯੋਗ ਮੈਂਬਰ ਨਹੀਂ ਹੋਵੇਗਾ ਜੋ ਸ਼ਾਇਦ ਦੱਬੀ ਜ਼ੁਬਾਨ ਵਿੱਚ ਖੁੱਲ੍ਹ ਕੇ ਸ਼ਾਇਦ ਨਾ ਬੋਲ ਸਕੇ। ਕਈ ਥਾਵਾਂ 'ਤੇ ਬਹੁਤ ਕੁਝ ਹੁੰਦਾ ਹੈ ਲੇਕਿਨ ਉਹਨਾਂ ਨੂੰ ਪਤਾ ਹੋਵੇਗਾ। ਉਸੇ ਪ੍ਰਕਾਰ ਮੈਂ ਮਾਣਯੋਗ ਮੈਂਬਰਾਂ ਨੂੰ ਕਹਾਂਗਾ ਜਿਨ੍ਹਾਂ ਨੇ ਬਹੁਤ ਕੁਝ ਕਿਹਾ ਹੈ, ਉਹਨਾਂ ਰਾਜਾਂ ਵਿੱਚ ਜ਼ਰਾ ਦੇਖੋ ਤੁਸੀਂ ਕਿ ਜਿੱਥੇ ਕਿਸਾਨਾਂ ਨਾਲ ਵਾਅਦੇ ਕਰ ਕਰਕੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰ ਕਰਕੇ ਵੋਟਾਂ ਬਟੋਰ ਲਈਆਂ, ਸਹੁੰ ਚੁੱਕ ਲਈ, ਸੱਤਾ ਸਿੰਘਾਸਨ ਪ੍ਰਾਪਤ ਕਰ ਲਿਆ, ਪਰ ਕਿਸਾਨਾਂ ਦੇ ਵਾਅਦੇ ਪੂਰੇ ਨਹੀਂ ਕੀਤੇ ਗਏ। ਘੱਟੋ ਘੱਟ ਇੱਥੇ ਬੈਠੇ ਹੋਏ ਮਾਣਯੋਗ ਮੈਂਬਰ ਉਹਨਾਂ ਰਾਜਾਂ ਦੇ ਵੀ ਪ੍ਰਤੀਨਿਧ ਹੋਣਗੇ ਤਾਂ ਉਹ ਜ਼ਰੂਰ ਉਹਨਾਂ ਰਾਜਾਂ ਨੂੰ ਕਹਿਣ ਕਿ ਕਿਸਾਨਾਂ ਨੂੰ ਉਹਨਾਂ ਦਾ ਹੱਕ ਦੇਣ ਵਿੱਚ ਕੁਤਾਹੀ ਨਾ ਕਰਨ। ਮਾਣਯੋਗ ਸਪੀਕਰ ਜੀ, ਜਦੋਂ ਸਰਬ ਪਾਰਟੀ ਮੀਟਿੰਗ ਹੋਈ ਸੀ ਉਦੋਂ ਮੈਂ ਵਿਸਥਾਰ ਨਾਲ ਸਭ ਦੇ ਸਾਹਮਣੇ ਇੱਕ ਪ੍ਰਾਰਥਨਾ ਵੀ ਕੀਤੀ ਸੀ ਅਤੇ ਆਪਣੇ ਵਿਚਾਰ ਵੀ ਰੱਖੇ ਸਨ। ਉਸ ਦਿਨ ਦੇ ਬਾਅਦ ਸਦਨ ਦੀ ਸ਼ੁਰੂਆਤ ਵਿੱਚ ਜਦੋਂ ਮੀਡੀਆ ਦੇ ਲੋਕਾਂ ਨਾਲ ਮੈਂ ਗੱਲ ਕਰ ਰਿਹਾ ਸੀ ਉਦੋਂ ਵੀ ਮੈਂ ਕਿਹਾ ਸੀ ਕਿ ਅਸੀਂ ਪੂਰੀ ਤਰ੍ਹਾਂ ਆਰਥਿਕ ਵਿਸ਼ਾ, ਦੇਸ਼ ਦੀ ਆਰਥਿਕ ਪ੍ਰਸਥਿਤੀ ਦੇ ਸਾਰੇ ਵਿਸ਼ਿਆਂ ਨੂੰ ਅਸੀਂ ਸਮਰਪਿਤ ਕਰਾਂਗੇ। ਸਾਡੇ ਕੋਲ ਜਿੰਨੀ ਵੀ ਚੇਤਨਾ ਹੈ, ਜਿੰਨੀ ਵੀ ਸਮਰੱਥਾ ਹੈ, ਜਿੰਨੀ ਵੀ ਬੌਧਿਕ ਪ੍ਰਤਿਭਾ ਹੈ, ਸਭ ਦਾ ਨਿਚੋੜ ਇਸ ਸੈਸ਼ਨ ਵਿੱਚ ਦੋਵੇਂ ਸਦਨਾਂ ਵਿੱਚ ਲੈ ਕੇ ਆਏ ਹਾਂ। ਕਿਉਂਕਿ ਜਦੋਂ ਦੇਸ਼ ਦੁਨੀਆ ਦੀ ਅੱਜ ਜੋ ਆਰਥਿਕ ਸਥਿਤੀ ਹੈ ਉਸ ਦਾ ਲਾਭ ਲੈਣ ਲਈ ਭਾਰਤ ਕਿਹੜੇ ਕਦਮ ਚੁੱਕੇ, ਕਿਹੜੀ ਦਿਸ਼ਾ ਨੂੰ ਅਪਣਾਏ, ਕਿਸ ਨਾਲ ਲਾਭ ਹੋਵੇ, ਮੈਂ ਚਾਹਾਂਗਾ ਕਿ ਇਹ ਸੈਸ਼ਨ ਅਜੇ ਵੀ ਸਰਗਰਮ ਹੈ। ਬ੍ਰੇਕ ਦੇ ਬਾਅਦ ਵੀ ਜਦੋਂ ਮਿਲਾਂਗੇ
ਉਦੋਂ ਵੀ ਪੂਰੀ ਸ਼ਕਤੀ ਵਿੱਚ ਸਾਰੇ ਮੈਂਬਰਾਂ ਨੂੰ ਬੇਨਤੀ ਕਰਾਂਗਾ, ਅਸੀਂ ਆਰਥਿਕ ਵਿਸ਼ਿਆਂ 'ਤੇ ਗਹਿਰਾਈ ਨਾਲ ਬੋਲੀਏ, ਵਿਆਪਕਤਾ ਨਾਲ ਬੋਲੀਏ ਅਤੇ ਚੰਗੇ ਨਵੇਂ ਸੁਝਾਵਾਂ ਨਾਲ ਬੋਲੀਏ, ਤਾਂ ਕਿ ਦੇਸ਼ ਵਿਸ਼ਵ ਦੇ ਅੰਦਰ ਜੋ ਮੌਕੇ ਪੈਦਾ ਹੋਏ ਉਸ ਦਾ ਫਾਇਦਾ ਉਠਾਉਣ ਲਈ ਤਾਕਤ ਨਾਲ ਅੱਗੇ ਵਧੀਏ। ਮੈਂ ਸਭ ਨੂੰ ਸੱਦਾ ਦਿੰਦਾ ਹਾਂ, ਮੈਂ ਜਾਣਦਾ ਹਾਂ ਕਿ ਆਰਥਿਕ ਵਿਸ਼ਿਆਂ 'ਤੇ ਮਹੱਤਵਪੂਰਨ ਗੱਲਾਂ ਸਾਡੇ ਸਾਰਿਆਂ ਦੀ ਸਮੂਹਿਕ ਜ਼ਿੰਮੇਵਾਰੀ ਹਨ ਅਤੇ ਇਹ ਜ਼ਿੰਮੇਵਾਰੀ ਵਿੱਚ ਪੁਰਾਣੀਆਂ ਗੱਲਾਂ ਨੂੰ ਅਸੀਂ ਭੁੱਲ ਨਹੀਂ ਸਕਦੇ, ਕਿਉਂਕਿ ਅੱਜ ਅਸੀਂ ਕਿੱਥੇ ਹਾਂ ਉਸ ਦਾ ਪਤਾ ਉਦੋਂ ਚੱਲਦਾ ਹੈ ਕਿ ਕੱਲ੍ਹ ਅਸੀਂ ਕਿੱਥੇ ਸੀ। ਇਹ ਗੱਲ ਸਹੀ ਹੈ, ਪਰ ਸਾਡੇ ਮਾਣਯੋਗ ਮੈਂਬਰ ਇਹ ਕਹਿੰਦੇ ਹਨ ਕਿ ਇਹ ਕਿਉਂ ਨਹੀਂ ਹੋਇਆ, ਇਹ ਕਦੋਂ ਹੋਵੇਗਾ, ਇਹ ਕਿਵੇਂ ਹੋਵੇਗਾ ਅਤੇ ਕਦੋਂ ਤੱਕ ਕਰਾਂਗੇ। ਤਾਂ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਤੁਸੀਂ ਆਲੋਚਨਾ ਕਰਦੇ ਹੋ। ਮੈਂ ਨਹੀਂ ਮੰਨਦਾ ਕਿ ਤੁਸੀਂ ਆਲੋਚਨਾ ਕਰਦੇ ਹੋ। ਮੈਨੂੰ ਖੁਸ਼ੀ ਹੈ ਕਿ ਤੁਸੀਂ ਮੈਨੂੰ ਸਮਝ ਸਕੇ, ਕਿਉਂਕਿ ਤੁਹਾਨੂੰ ਵਿਸ਼ਵਾਸ ਹੈ ਕਿ ਕਰੇਗਾ ਜਾਂ ਨਹੀਂ ਕਰੇਗਾ, ਅਤੇ ਹੁਣ ਇਸ ਲਈ ਮੈਂ ਤੁਹਾਡੀਆਂ ਇਹਨਾਂ ਗੱਲਾਂ ਨੂੰ ਆਲੋਚਨਾ ਨਹੀਂ ਮੰਨਦਾ। ਮੈਂ ਮਾਰਗਦਰਸ਼ਨ ਮੰਨਦਾ ਹਾਂ, ਪ੍ਰੇਰਣਾ ਮੰਨਦਾ ਹਾਂ, ਅਤੇ ਇਸ ਲਈ ਮੈਂ ਇਹਨਾਂ ਸਾਰੀਆਂ ਗੱਲਾਂ ਦਾ ਸਵਾਗਤ ਕਰਦਾ ਹਾਂ ਅਤੇ ਸਵੀਕਾਰ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਅਤੇ ਇਸ ਲਈ ਇਸ ਪ੍ਰਕਾਰ ਦੀਆਂ ਜਿੰਨੀਆਂ ਗੱਲਾਂ ਦੱਸੀਆਂ ਗਈਆਂ ਹਨ, ਇਸ ਲਈ ਤਾਂ ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ ਹਾਂ, ਕਿਉਂਕਿ ਕਿਉਂ ਨਹੀਂ ਹੋਇਆ, ਕਦੋਂ ਹੋਵੇਗਾ, ਕਿਵੇਂ ਹੋਵੇਗਾ, ਇਹ ਚੰਗੀਆਂ ਗੱਲਾਂ ਨੇ। ਦੇਸ਼ ਲਈ ਅਸੀਂ ਸੋਚਦੇ ਹਾਂ, ਪਰ ਪੁਰਾਣੀਆਂ ਗੱਲਾਂ ਦੇ ਬਿਨਾਂ ਅੱਜ ਦੀ ਗੱਲ ਨੂੰ ਸਮਝਣਾ ਔਖਾ ਹੁੰਦਾ ਹੈ। ਹੁਣ ਅਸੀਂ ਜਾਣਦੇ ਹਾਂ ਸਾਡਾ ਪਹਿਲਾਂ ਕੀ ਸਮਾਂ ਸੀ। ਰਿਸ਼ਵਤਖੋਰੀ ਆਏ ਦਿਨ ਚਰਚਾ ਹੁੰਦੀ ਸੀ। ਹਰ ਅਖਬਾਰ ਦੀ ਹੈਡਲਾਈਨ ਸਦਨ ਵਿੱਚ ਰਿਸ਼ਵਤਖੋਰੀ 'ਤੇ ਲੜਾਈ ਚੱਲਦੀ ਸੀ। ਉਦੋਂ ਵੀ ਇਹੀ ਬੋਲਿਆ ਜਾਂਦਾ ਸੀ, ਗੈਰ ਪੇਸ਼ੇਵਰ ਬੈਂਕਿੰਗ ਕੌਣ ਭੁੱਲ ਸਕਦਾ ਹੈ, ਕਮਜ਼ੋਰ ਢਾਂਚਾਗਤ ਨੀਤੀ ਕੌਣ ਭੁੱਲ ਸਕਦਾ ਹੈ। ਇਹ ਸਾਰੀਆਂ ਸਥਿਤੀਆਂ ਵਿੱਚੋਂ ਬਾਹਰ ਨਿਕਲਣ ਲਈ ਅਸੀਂ ਸਮੱਸਿਆਵਾਂ ਦੇ ਹੱਲ ਲੱਭਣ ਦੇ ਲਈ ਦੀਰਘਕਾਲ ਟੀਚੇ ਨਾਲ ਨਿਸ਼ਚਿਤ ਟੀਚਾ ਫੜ ਕੇ ਉਸ ਨੂੰ ਪੂਰਾ ਕਰਨ ਦੀ ਅਸੀਂ ਲਗਾਤਾਰ ਕੋਸ਼ਿਸ਼ ਕੀਤੀ ਹੈ, ਅਤੇ ਮੈਨੂੰ ਵਿਸ਼ਵਾਸ ਹੈ ਕਿ ਇਸ ਦਾ ਨਤੀਜਾ ਹੈ ਕਿ ਅੱਜ ਅਰਥਚਾਰੇ ਵਿੱਚ ਵਿੱਤੀ ਘਾਟਾ ਬਣਿਆ ਹੈ, ਮਹਿੰਗਾਈ ਨਿਯੰਤਰਣ ਵਿੱਚ ਰਹੀ ਹੈ ਅਤੇ ਮੈਕਰੋ ਆਰਥਿਕ ਸਥਿਰਤਾ ਵੀ ਬਣੀ ਹੈ। ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ, ਕਿਉਂਕਿ ਤੁਸੀਂ ਮੇਰੇ ਪ੍ਰਤੀ ਵਿਸ਼ਵਾਸ ਪ੍ਰਗਟਾਇਆ ਹੈ। ਇਹ ਵੀ ਕੰਮ ਅਸੀਂ ਹੀ ਕਰਾਂਗੇ। ਹਾਂ, ਕੰਮ ਨਹੀਂ ਕਰਾਂਗੇ, ਇੱਕ ਕੰਮ ਨਹੀਂ ਕਰਾਂਗੇ, ਨਾ ਹੋਣ ਦੇਵਾਂਗੇ। ਉਹ ਹੈ ਤੁਹਾਡੀ ਬੇਰੁਜ਼ਗਾਰੀ ਨਹੀਂ ਹਟਣ ਦੇਵਾਂਗੇ। GST ਦਾ ਬਹੁਤ ਵੱਡਾ ਮਹੱਤਵਪੂਰਨ ਫੈਸਲਾ ਹੋਇਆ। ਕਾਰਪੋਰੇਟ ਟੈਕਸ ਘੱਟ ਕਰਨ ਦੀ ਗੱਲ ਹੋਵੇ, IBC ਲਿਆਉਣ ਦੀ ਗੱਲ ਹੋਵੇ, FDI ਵਿਵਸਥਾ ਨੂੰ ਉਦਾਰ ਕਰਨ ਦੀ ਗੱਲ ਹੋਵੇ, ਬੈਂਕਾਂ ਵਿੱਚ ਮੁੜ ਪੂੰਜੀ ਨਿਰਮਾਣ ਕਰਨ ਦੀ ਗੱਲ ਹੋਵੇ, ਜੋ ਵੀ ਸਮੇਂ-ਸਮੇਂ 'ਤੇ ਲੋੜ ਰਹੀ ਹੈ ਅਤੇ ਜੋ ਵੀ ਲੰਬੇ ਸਮੇਂ ਦੀ ਮਜ਼ਬੂਤੀ ਲਈ ਜ਼ਰੂਰਤ ਹੈ, ਸਾਰੇ ਕਦਮ ਸਾਡੀ ਸਰਕਾਰ ਉਠਾ ਰਹੀ ਹੈ, ਉਠਾਵੇਗੀ, ਅਤੇ ਉਸ ਦਾ ਲਾਭ ਵੀ ਆਉਣਾ ਸ਼ੁਰੂ ਹੋਇਆ ਹੈ। ਅਤੇ ਉਹ ਸੁਧਾਰ ਜਿਸ ਦੀ ਚਰਚਾ ਹਮੇਸ਼ਾ ਹੋਈ ਹੈ, ਤੁਹਾਡੇ ਕੋਲ ਵੀ ਜੋ ਪੰਡਤ ਲੋਕ ਸਨ, ਉਹ ਇਹੀ ਕਹਿੰਦੇ ਸਨ, ਪਰ ਕਰ ਨਹੀਂ ਸਕਦੇ ਸਨ। ਅਰਥ ਸ਼ਾਸਤਰੀ ਵੀ ਜਿਨ੍ਹਾਂ ਗੱਲਾਂ ਦੀਆਂ ਗੱਲਾਂ ਕਰਦੇ ਸਨ, ਅੱਜ ਇੱਕ ਦੇ ਬਾਅਦ ਇੱਕ ਉਸ ਨੂੰ ਲਾਗੂ ਕਰਨ ਦਾ ਕੰਮ ਸਾਡੀ ਸਰਕਾਰ ਕਰ ਰਹੀ ਹੈ। 2019 ਜਨਵਰੀ ਤੋਂ 2020 ਦਰਮਿਆਨ 6 ਵਾਰ GST ਮਾਲੀਆ 1 ਕਰੋੜ ਤੋਂ ਜ਼ਿਆਦਾ ਰਿਹਾ ਹੈ।
ਜੇਕਰ ਮੈਂ FDI ਦੀ ਗੱਲ ਕਰਾਂ ਤਾਂ 2018 ਅਪ੍ਰੈਲ ਤੋਂ ਸਤੰਬਰ ਤੱਕ FDI $22 ਬਿਲੀਅਨ ਸੀ। ਅੱਜ ਉਸੇ ਸਮੇਂ ਵਿੱਚ ਇਹ FDI $26 ਬਿਲੀਅਨ ਪਾਰ ਕਰ ਗਈ ਹੈ। ਇਸ ਗੱਲ ਦਾ ਸਬਕ ਹੈ ਕਿ ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤ ਦੇ ਪ੍ਰਤੀ ਵਿਸ਼ਵਾਸ ਵਧਿਆ ਹੈ। ਭਾਰਤ ਦੀ ਅਰਥ ਵਿਵਸਥਾ 'ਤੇ ਵੀ ਵਿਸ਼ਵਾਸ ਵਧਿਆ ਹੈ ਅਤੇ ਭਾਰਤ ਵਿੱਚ ਆਰਥਿਕ ਖੇਤਰ ਵਿੱਚ ਮੌਕੇ ਪੈਦਾ ਹੋਏ ਹਨ। ਇਹ ਧਾਰਨਾ ਬਣੀ ਹੈ ਤਾਂ ਜਾ ਕੇ ਲੋਕ ਆਉਂਦੇ ਹਨ। ਸਾਡਾ ਵਿਜ਼ਨ ਵਧੇਰੇ ਨਿਵੇਸ਼, ਬਿਹਤਰ ਬੁਨਿਆਦੀ ਢਾਂਚੇ ਵਿੱਚ ਮੁੱਲ ਵਾਧਾ ਅਤੇ ਜ਼ਿਆਦਾ ਤੋਂ ਜ਼ਿਆਦਾ ਰੁਜ਼ਗਾਰ ਸਿਰਜਣ 'ਤੇ ਹੈ। ਦੇਖੋ, ਮੈਂ ਕਿਸਾਨਾਂ ਤੋਂ ਬਹੁਤ ਕੁਝ ਸਿੱਖਦਾ ਹਾਂ। ਕਿਸਾਨ ਜੋ ਹੁੰਦਾ ਹੈ ਉਹ ਨਾ ਗਰਮੀ ਵਿੱਚ ਖੇਤ ਵਾਹ ਕੇ ਪੈਰ ਰੱਖਦਾ ਹੈ, ਬੀਜਦਾ ਨਹੀਂ ਉਸ ਸਮੇਂ, ਸਹੀ ਸਮੇਂ 'ਤੇ ਬੀਜਦਾ ਹੈ ਅਤੇ ਅਜੇ ਜੋ ਪਿਛਲੇ 10 ਮਿੰਟ ਤੋਂ ਚੱਲ ਰਿਹਾ ਹੈ ਉਹ ਮੇਰਾ ਖੇਤ ਵਾਹੁਣ ਦਾ ਕੰਮ ਚੱਲ ਰਿਹਾ ਹੈ। ਹੁਣ ਬਰਾਬਰ ਤੁਹਾਡੇ ਦਿਮਾਗ ਵਿੱਚ ਜਗ੍ਹਾ ਹੋ ਗਈ ਹੈ। ਹੁਣ ਮੈਂ ਇੱਕ ਇੱਕ ਕਰਕੇ ਬੀਜ ਪਾਵਾਂਗਾ। ਮੁਦਰਾ ਯੋਜਨਾ, ਸਟਾਰਟਅਪ ਇੰਡੀਆ, ਸਟੈਂਡ ਅਪ ਇੰਡੀਆ, ਇਹਨਾਂ ਯੋਜਨਾਵਾਂ ਨੇ ਦੇਸ਼ ਵਿੱਚ ਸਵੈ ਰੁਜ਼ਗਾਰ ਨੂੰ ਬਹੁਤ ਵੱਡੀ ਤਾਕਤ ਦਿੱਤੀ ਹੈ। ਇੰਨਾ ਹੀ ਨਹੀਂ, ਇਸ ਦੇਸ਼ ਵਿੱਚ ਕਰੋੜਾਂ ਲੋਕ ਜੋ ਪਹਿਲੀ ਵਾਰ ਮੁਦਰਾ ਯੋਜਨਾ ਤੋਂ ਲੈ ਕੇ ਖੁਦ ਦੀ ਰੋਜ਼ੀ ਰੋਟੀ ਕਮਾਉਣ ਲੱਗੇ, ਪਰ ਕਿਸੇ ਹੋਰ ਇੱਕ ਨੂੰ, 2 ਨੂੰ, 3 ਨੂੰ ਰੋਜ਼ਗਾਰ ਦੇਣ ਵਿੱਚ ਸਫਲ ਹੋਏ। ਇੰਨਾ ਹੀ ਨਹੀਂ, ਪਹਿਲੀ ਵਾਰ ਬੈਂਕਾਂ ਤੋਂ ਜਿਨ੍ਹਾਂ ਨੂੰ ਪੈਸਾ ਮਿਲਿਆ ਹੈ ਮੁਦਰਾ ਯੋਜਨਾ ਤਹਿਤ, ਉਸ ਵਿੱਚ 70% ਸਾਡੀਆਂ ਮਾਵਾਂ ਭੈਣਾਂ ਹਨ ਜੋ ਆਰਥਿਕ ਖੇਤਰ ਵਿੱਚ ਐਕਟਿਵ ਨਹੀਂ ਹਨ। ਇਹ ਅੱਜ ਕਿਧਰੇ ਨਾ ਕਿਧਰੇ ਅਰਥਚਾਰੇ ਨੂੰ ਵਧਾਉਣ ਵਿੱਚ ਯੋਗਦਾਨ ਦੇ ਰਹੀਆਂ ਨੇ। 28,000 ਤੋਂ ਜ਼ਿਆਦਾ ਸਟਾਰਟਅਪ ਪ੍ਰਮਾਣਕ ਹੋਏ ਹਨ ਅਤੇ ਇਹ ਅੱਜ ਖੁਸ਼ੀ ਦੀ ਗੱਲ ਹੈ ਕਿ ਟੀਅਰ 2 ਅਤੇ 3 ਸ਼ਹਿਰਾਂ ਵਿੱਚ, ਯਾਨੀ ਸਾਡੇ ਦੇਸ਼ ਦਾ ਨੌਜਵਾਨ ਨਵੇਂ ਸੰਕਲਪ ਨਾਲ ਅੱਗੇ ਵਧ ਰਿਹਾ ਹੈ। ਮੁਦਰਾ ਯੋਜਨਾ ਤਹਿਤ 22 ਕਰੋੜ ਤੋਂ ਜ਼ਿਆਦਾ ਕਰਜ਼ ਮਨਜ਼ੂਰ ਕੀਤੇ ਗਏ ਨੇ ਅਤੇ ਕਰੋੜਾਂ ਨੌਜਵਾਨਾਂ ਨੇ ਰੁਜ਼ਗਾਰ ਹਾਸਲ ਕੀਤਾ ਹੈ। ਵਿਸ਼ਵ ਬੈਂਕ ਦੇ ਉੱਦਮੀਆਂ ਦੇ ਡੇਟਾ ਵਿੱਚ ਭਾਰਤ ਦਾ ਦੁਨੀਆ ਦੇ ਅੰਦਰ 3ਜਾ ਸਥਾਨ ਹੈ। ਸਤੰਬਰ 2017 ਤੋਂ ਨਵੰਬਰ 2019 ਦਰਮਿਆਨ EPFO ਪੇਰੋਲ ਡੇਟਾ ਵਿੱਚ 1 ਕਰੋੜ 49 ਲੱਖ ਨਵੇਂ ਸਬਸਕ੍ਰਾਈਬਰ ਲਿਆਂਦੇ ਨੇ। ਇਹ ਬਿਨਾਂ ਰੁਜ਼ਗਾਰ ਦੇ ਪੈਸੇ ਜਮ੍ਹਾਂ ਨਹੀਂ ਕਰਦਾ ਹੈ। ਮੈਂ ਇੱਕ ਕਾਂਗਰਸ ਦੇ ਨੇਤਾ ਦਾ ਕੱਲ੍ਹ ਘੋਸ਼ਣਾ ਪੱਤਰ ਸੁਣਿਆ। ਉਹਨਾਂ ਨੇ ਐਲਾਨ ਕੀਤਾ ਕਿ 6 ਮਹੀਨੇ ਵਿੱਚ ਮੋਦੀ ਨੂੰ ਡੰਡੇ ਮਾਰਾਂਗੇ। ਅਤੇ ਇਹ ਗੱਲ ਸਹੀ ਹੈ ਕਿ ਕੰਮ ਬਹੁਤ ਮੁਸ਼ਕਲ ਹੈ ਤਾਂ ਤਿਆਰੀ ਲਈ 6 ਮਹੀਨੇ ਤਾਂ ਲੱਗਦੇ ਹੀ ਨੇ। ਤਾਂ 6 ਮਹੀਨੇ ਦਾ ਤਾਂ ਚੰਗਾ ਹੈ, ਪਰ ਮੈਂ 6 ਮਹੀਨੇ ਤੈਅ ਕੀਤੇ ਨੇ ਕਿ ਰੋਜ਼ ਸਵੇਰੇ ਸੂਰਜ ਨਮਸਕਾਰ ਦੀ ਗਿਣਤੀ ਵਧਾ ਦੇਵਾਂਗਾ, ਤਾਂ ਕਿ ਹੁਣ ਤੱਕ ਕਰੀਬ 20 ਸਾਲ ਤੋਂ ਜਿਸ ਪ੍ਰਕਾਰ ਦੀਆਂ ਗੰਦੀਆਂ ਗਾਲਾਂ ਸੁਣ ਰਿਹਾ ਹਾਂ ਅਤੇ ਆਪਣੇ ਆਪ ਨੂੰ
गाली प्रूफ बना लिया है। 6 महीने ऐसे तरह सूरज नमस्कार करांगा, ऐसे तरह सूरज नमस्कार करांगा कि मेरी पिठ ਨੂੰ हर तरह ਦੇ डंडे बर्दाश्त ਕਰਨ ਦੀ ਤਾਕਤ ਵਾਲਾ ਬਣਾ ਦੇ। ਤਾਂ मैं शुक्रगुजार ਹਾਂ ਕਿ ਪਹਿਲਾਂ ਤੋਂ ਐਲਾਨ ਕਰ ਦਿੱਤਾ ਹੈ। ਮਾਣਯੋਗ ਸਪੀਕਰ ਜੀ, ਇੰਡਸਟਰੀ 4.0 ਅਤੇ ਡਿਜੀਟਲ ਅਰਥਚਾਰੇ ਇਹ ਕਰੋੜਾਂ ਨਵੀਆਂ ਨੌਕਰੀਆਂ ਲਈ ਮੌਕੇ ਲੈ ਕੇ ਆਉਂਦੀ ਹੈ। ਹੁਨਰ ਵਿਕਾਸ, ਨਵੀਂ ਹੁਨਰਮੰਦ ਵਰਕਫੋਰਸ ਨੂੰ ਤਿਆਰ ਕਰਨਾ, ਕਿਰਤ ਸੁਧਾਰ ਪ੍ਰਸਤਾਵ ਸੰਸਦ ਦੇ ਅੰਦਰ ਅੱਗੇ ਵਧਾਇਆ ਹੈ ਅਤੇ ਹੋਰ ਵੀ ਕੁਝ ਪ੍ਰਸਤਾਵ ਹਨ। ਮੈਨੂੰ ਵਿਸ਼ਵਾਸ ਹੈ ਕਿ ਇਹ ਸਦਨ ਉਸ ਨੂੰ ਬਲ ਦੇਵੇਗਾ ਤਾਂ ਕਿ ਦੇਸ਼ ਵਿੱਚ ਰੁਜ਼ਗਾਰ ਦੇ ਮੌਕਿਆਂ ਵਿੱਚ ਕੋਈ ਰੁਕਾਵਟ ਨਾ ਆਏ। ਅਸੀਂ ਪਿਛਲੀ ਸਦੀ ਦੀ ਸੋਚ ਨੂੰ ਅੱਗੇ ਨਹੀਂ ਵੱਧ ਸਕਦੇ। ਸਾਨੂੰ ਬਦਲੀ ਹੋਈ ਵਿਸ਼ਵ ਵਿਆਪੀ ਸਥਿਤੀ ਵਿੱਚ ਨਵੀਂ ਸੋਚ ਨਾਲ ਇਹਨਾਂ ਸਾਰੀਆਂ ਤਬਦੀਲੀਆਂ ਨਾਲ ਅੱਗੇ ਆਉਣਾ ਹੋਵੇਗਾ। ਮਾਣਯੋਗ ਸਪੀਕਰ ਜੀ, ਇਹ ਗੱਲ ਸਹੀ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ 16 ਕਰੋੜ ਦਾ ਬੁਨਿਆਦੀ ਢਾਂਚਾ ਬਣਾਉਣ ਦਾ ਮਿਸ਼ਨ ਲੈ ਕੇ ਅੱਗੇ ਚੱਲ ਰਹੇ ਹਾਂ। ਪਰ ਪਿਛਲੇ ਕਾਰਜਕਾਲ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਦੇਸ਼ ਦੇ ਅਰਥਚਾਰੇ ਨੂੰ ਤਾਕਤ ਦੇਣ ਲਈ, ਮਜ਼ਬੂਤੀ ਦੇਣ ਲਈ ਬੁਨਿਆਦੀ ਢਾਂਚੇ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ ਅਤੇ ਜਿੰਨਾ ਬਲ ਜ਼ਿਆਦਾ ਬੁਨਿਆਦੀ ਢਾਂਚੇ ਦੀਆਂ ਗਤੀਵਿਧੀਆਂ ਨੂੰ ਦਿੰਦੇ ਹਾਂ, ਉਹ ਅਰਥਚਾਰਾ ਚਲਾਉਂਦਾ ਹੈ, ਰੁਜ਼ਗਾਰ ਨੂੰ ਗਤੀ ਦਿੰਦਾ ਹੈ, ਨਵੇਂ ਉਦਯੋਗਾਂ ਨੂੰ ਮੌਕਾ ਦਿੰਦਾ ਹੈ ਅਤੇ ਇਸ ਲਈ ਬੁਨਿਆਦੀ ਢਾਂਚੇ ਦੇ ਪੂਰੇ ਕੰਮ ਵਿੱਚ ਇੱਕ ਨਵੀਂ ਗਤੀ ਆਏ। ਪਰ ਪਹਿਲਾਂ ਬੁਨਿਆਦੀ ਢਾਂਚੇ ਦਾ ਮਤਲਬ ਇਹੀ ਹੁੰਦਾ ਸੀ ਟੈਂਡਰ ਦੀਆਂ ਪ੍ਰਕਿਰਿਆਵਾਂ। ਪਹਿਲਾਂ ਬੁਨਿਆਦੀ ਢਾਂਚੇ ਦਾ ਮਤਲਬ ਇਹੀ ਹੁੰਦਾ ਸੀ ਵਿਚੋਲੇ। ਇਹੀ ਬੁਨਿਆਦੀ ਢਾਂਚੇ ਦੀ ਗੱਲ ਆਉਂਦੀ ਸੀ ਤਾਂ ਲੋਕਾਂ ਨੂੰ ਇਹੀ ਲੱਗਦਾ ਸੀ ਕਿ ਕੁਝ ਬੋ ਆਉਂਦੀ ਹੈ। ਅਸੀਂ ਪਾਰਦਰਸ਼ਤਾ ਨਾਲ 21ਵੀਂ ਸਦੀ ਦਾ ਆਧੁਨਿਕ ਭਾਰਤ ਬਣਾਉਣ ਲਈ ਬੁਨਿਆਦੀ ਢਾਂਚਾ ਖੜ੍ਹਾ ਕਰ ਰਹੇ ਹਾਂ। ਕਾਰਗਿਲ ਤੋਂ ਕੰਨਿਆ ਕੁਮਾਰੀ ਅਤੇ ਕੱਛ ਤੋਂ ਕੋਹਿਮਾ, ਇਸ ਨੂੰ ਜੇਕਰ ਜੋੜਨ ਦਾ ਕੰਮ ਕਰਨ ਦੀ ਤਾਕਤ ਹੁੰਦੀ ਹੈ ਤਾਂ ਬੁਨਿਆਦੀ ਢਾਂਚੇ ਵਿੱਚ ਹੁੰਦੀ ਹੈ। ਉਮੀਦ ਅਤੇ ਪ੍ਰਾਪਤੀ ਜੋੜਨ ਦਾ ਕੰਮ ਬੁਨਿਆਦੀ ਢਾਂਚਾ ਕਰਦਾ ਹੈ। ਲੋਕਾਂ ਅਤੇ ਉਹਨਾਂ ਦੇ ਸੁਪਨਿਆਂ ਨੂੰ ਉਡਾਣ ਦੇਣ ਦੀ ਤਾਕਤ ਜੇਕਰ ਕਿਧਰੇ ਹੈ ਤਾਂ ਉਹ ਬੁਨਿਆਦੀ ਢਾਂਚੇ ਵਿੱਚ ਹੁੰਦੀ ਹੈ। ਲੋਕਾਂ ਦੀ ਰਚਨਾਤਮਕਤਾ ਨੂੰ ਉਪਭੋਗਤਾ ਨਾਲ ਜੋੜਨ ਦਾ ਕੰਮ ਬੁਨਿਆਦੀ ਢਾਂਚੇ ਕਾਰਨ ਹੀ ਸੰਭਵ ਹੋ ਸਕਦਾ ਹੈ। ਇੱਕ ਬੱਚੇ ਨੂੰ ਸਕੂਲ ਛੱਡਣ ਦਾ ਕੰਮ ਛੋਟਾ ਕਿਉਂ ਨਾ ਹੋਵੇ, ਇਨਫਰਾਸਟ੍ਰਕਚਰ ਕਰਦਾ ਹੈ। ਇੱਕ ਕਿਸਾਨ ਨੂੰ ਬਾਜ਼ਾਰ ਨਾਲ ਜੋੜਨ ਦਾ ਕੰਮ ਬੁਨਿਆਦੀ ਢਾਂਚਾ ਕਰਦਾ ਹੈ। ਇੱਕ ਕਾਰੋਬਾਰੀ ਨੂੰ ਉਸ ਦੇ ਉਪਭੋਗਤਾ ਨਾਲ ਜੋੜਨ ਦਾ ਕੰਮ ਬੁਨਿਆਦੀ ਢਾਂਚਾ ਕਰਦਾ ਹੈ। ਲੋਕਾਂ ਨੂੰ ਲੋਕਾਂ ਨਾਲ ਜੋੜਨ ਦਾ ਕੰਮ ਵੀ ਢਾਂਚਾ ਕਰਦਾ ਹੈ ਅਤੇ ਇਸ ਲਈ ਸਿੰਚਾਈ ਤੋਂ ਲੈ ਕੇ ਸਨਅਤ ਤੱਕ, ਸੋਸ਼ਲ ਇਨਫਰਾਸਟ੍ਰਕਚਰ ਤੋਂ ਲੈ ਕੇ ਪੇਂਡੂ ਬੁਨਿਆਦੀ ਢਾਂਚੇ ਤੱਕ, ਸੜਕਾਂ ਤੋਂ ਲੈ ਕੇ ਬੰਦਰਗਾਹਾਂ ਤੱਕ, ਹਵਾਈ ਮਾਰਗਾਂ ਤੋਂ ਲੈ ਕੇ ਜਲ ਮਾਰਗਾਂ ਤੱਕ ਅਸੀਂ ਅਨੇਕ ਅਜਿਹੀਆਂ ਪਹਿਲਕਦਮੀਆਂ ਕੀਤੀਆਂ ਨੇ। ਪਿਛਲੇ 5 ਸਾਲ ਵਿੱਚ ਦੇਸ਼ ਨੇ ਦੇਖਿਆ ਹੈ ਅਤੇ ਲੋਕਾਂ ਨੇ ਜਦੋਂ ਦੇਖਿਆ ਹੈ ਤਾਂ ਹੀ ਤਾਂ ਇੱਥੇ ਬਿਠਾਇਆ ਹੈ। ਇਹੀ ਤਾਂ ਬੁਨਿਆਦੀ ਢਾਂਚਾ ਹੈ ਜੋ ਇੱਥੇ ਪਹੁੰਚਾਉਂਦਾ ਹੈ। ਮਾਣਯੋਗ ਸਪੀਕਰ ਜੀ, ਮੈਂ ਇੱਕ ਉਦਾਹਰਨ ਦੇਣੀ ਚਾਹੁੰਦਾ ਹਾਂ ਕਿ ਸਾਡੇ ਇੱਥੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਕਿਹੋ ਜਿਹੇ ਕੰਮ ਹੁੰਦੇ ਨੇ। ਸਾਡੇ ਇੱਥੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਕਿਵੇਂ ਕੰਮ ਹੁੰਦਾ ਸੀ, ਇਹ ਸਿਰਫ ਸਾਡਾ ਦਿੱਲੀ ਦਾ ਹੀ ਵਿਚਾਰ ਲੈ ਲਓ। ਇਹ ਦਿੱਲੀ ਵਿੱਚ ਟ੍ਰੈਫਿਕ, ਵਾਤਾਵਰਣ ਜਾਂ ਹਜ਼ਾਰਾਂ ਟਰੱਕ ਦਿੱਲੀ ਵਿੱਚੋਂ ਲੰਘ ਰਹੇ ਨੇ। 2009 ਵਿੱਚ
यूपीए सरकार ਦਾ ਸੰਕਲਪ ਸੀ ਕਿ 2009 ਤੱਕ ਇਹ ਦਿੱਲੀ ਦੇ ਆਲੇ ਦੁਆਲੇ ਜੋ ਐਕਸਪ੍ਰੈਸਵੇ ਹੈ ਇਸ ਨੂੰ 2009 ਤੱਕ ਪੂਰਾ ਕਰਨ ਦਾ यूपीए ਸਰਕਾਰ ਦਾ ਸੰਕਲਪ ਸੀ। 2014 ਵਿੱਚ ਅਸੀਂ ਆਏ ਉਦੋਂ ਤੱਕ ਕਾਗਜ਼ 'ਤੇ ਹੀ ਉਹ ਲਕੀਰਾਂ ਬਣਾ ਕੇ ਪਿਆ ਹੋਇਆ ਸੀ ਅਤੇ 2014 ਦੇ ਬਾਅਦ ਮਿਸ਼ਨ ਮੋਡ 'ਤੇ ਅਸੀਂ ਕੰਮ ਲਿਆ ਅਤੇ ਅੱਜ ਪੈਰੀਫੈਰਲ ਐਕਸਪ੍ਰੈਸਵੇ ਦਾ ਕੰਮ ਹੋ ਗਿਆ। 40,000 ਤੋਂ ਜ਼ਿਆਦਾ ਟਰੱਕ ਜੋ ਅੱਜ ਇੱਥੇ ਦਿੱਲੀ ਵਿੱਚ ਨਹੀਂ ਆਉਂਦੇ ਸਿੱਧੇ ਬਾਹਰ ਤੋਂ ਜਾਂਦੇ ਹਨ ਅਤੇ ਦਿੱਲੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਵਿੱਚ ਇੱਕ ਅਹਿਮ ਕਦਮ ਇਹ ਵੀ ਹੈ। ਪਰ ਬੁਨਿਆਦੀ ਢਾਂਚੇ ਦਾ ਮਹੱਤਵ ਕੀ ਹੁੰਦਾ ਹੈ? 2009 ਤੱਕ ਪੂਰਾ ਕਰਨ ਦਾ ਸੁਪਨਾ 2014 ਤੱਕ ਕਾਗਜ਼ ਦੀ ਲਕੀਰ ਬਣ ਕੇ ਪਿਆ ਰਿਹਾ। ਇਹ ਅੰਤਰ ਹੈ, ਉਸ ਨੂੰ ਸਮਝਣ ਲਈ ਥੋੜ੍ਹਾ ਸਮਾਂ ਲੱਗੇਗਾ। ਮਾਣਯੋਗ ਸਪੀਕਰ ਜੀ, ਕੁਝ ਹੋਰ ਵਿਸ਼ਿਆਂ ਨੂੰ ਮੈਂ ਜ਼ਰਾ ਸਪਸ਼ਟ ਕਰਨਾ ਚਾਹੁੰਦਾ ਹਾਂ। ਸ਼ਸ਼ੀ ਥਰੂਰ ਜੀ, ਗੁਸਤਾਖੀ ਹੋਵੇਗੀ। ਪਰ ਫਿਰ ਵੀ ਕਿਉਂਕਿ ਕੁਝ ਲੋਕਾਂ ਨੇ ਜ਼ਰਾ ਵਾਰ-ਵਾਰ ਇੱਥੇ ਸੰਵਿਧਾਨ ਬਚਾਉਣ ਦੀ ਗੱਲ ਕੀਤੀ ਹੈ ਅਤੇ ਮੈਂ ਮੰਨਦਾ ਹਾਂ ਕਿ ਸੰਵਿਧਾਨ ਬਚਾਉਣ ਲਈ ਗੱਲ ਕਾਂਗਰਸ ਨੂੰ ਦਿਨ ਵਿੱਚ 100 ਵਾਰ ਬੋਲਣੀ ਚਾਹੀਦੀ ਹੈ। ਕਾਂਗਰਸ ਲਈ ਮੰਤਰ ਹੋਣਾ ਚਾਹੀਦਾ ਹੈ, 100 ਵਾਰ ਸੰਵਿਧਾਨ ਬਚਾਓ, ਸੰਵਿਧਾਨ ਬਚਾਓ। ਇਹ ਜ਼ਰੂਰੀ ਹੈ ਕਿਉਂਕਿ ਸੰਵਿਧਾਨ ਨਾਲ ਕਦੋਂ ਕੀ ਹੋਇਆ? ਜੇਕਰ ਸੰਵਿਧਾਨ ਦਾ ਮਹੱਤਵ ਸਮਝਦੇ ਹਾਂ ਤਾਂ ਸੰਵਿਧਾਨ ਨਾਲ ਇਹ ਨਾ ਹੋਇਆ ਹੁੰਦਾ। ਇਸ ਨਾਲ ਜਿੰਨੀ ਵਾਰ ਤੁਸੀਂ ਸੰਵਿਧਾਨ ਬੋਲੋਗੇ ਹੋ ਸਕਦਾ ਹੈ ਕੁਝ ਚੀਜ਼ਾਂ ਤੁਹਾਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਵਾ ਦੇਣ, ਤੁਹਾਡੇ ਇਰਾਦਿਆਂ ਦਾ ਅਹਿਸਾਸ ਕਰਵਾ ਦੇਣ ਅਤੇ ਤੁਹਾਨੂੰ ਸੱਚ ਵਿੱਚ ਸੰਵਿਧਾਨ ਇਸ ਦੇਸ਼ ਵਿੱਚ ਮਹੱਤਵਪੂਰਨ ਹੈ, ਉਸ ਦੀ ਤਾਕਤ ਮਹਿਸੂਸ ਹੋਵੇ। ਐਮਰਜੈਂਸੀ ਇਹੀ ਲੋਕ ਹਨ ਜੋ ਸੰਵਿਧਾਨ ਬਚਾਉਣ ਲਈ ਉਹਨਾਂ ਨੂੰ ਵਾਰ-ਵਾਰ ਬੋਲਣ ਦੀ ਲੋੜ ਹੈ ਕਿਉਂਕਿ ਨਿਆਂਪਾਲਿਕਾ ਅਤੇ ਨਿਆਇਕ ਸਮੀਖਿਆ ਦਾ ਅਧਿਕਾਰ ਖੋਇਆ। ਇਹਨਾਂ ਨੂੰ ਤਾਂ ਸੰਵਿਧਾਨ ਵਾਰ-ਵਾਰ ਬੋਲਣਾ ਹੀ ਪਵੇਗਾ। ਜਿਨ੍ਹਾਂ ਲੋਕਾਂ ਨੇ ਲੋਕਾਂ ਤੋਂ ਜੀਣ ਦਾ ਅਧਿਕਾਰ ਖੋਹਣ ਦੀ ਗੱਲ ਕਹੀ ਸੀ ਉਹਨਾਂ ਲੋਕਾਂ ਨੂੰ ਸੰਵਿਧਾਨ ਵਾਰ-ਵਾਰ ਬੋਲਣਾ ਵੀ ਪਵੇਗਾ, ਪੜ੍ਹਨਾ ਵੀ ਪਵੇਗਾ। ਜੋ ਲੋਕ ਸਭ ਤੋਂ ਜ਼ਿਆਦਾ ਵਾਰ ਸੰਵਿਧਾਨ ਅੰਦਰ ਤਬਦੀਲੀ ਕਰਨ ਦਾ ਪ੍ਰਸਤਾਵ ਲਿਆਏ ਹੋਣ ਉਹਨਾਂ ਲੋਕਾਂ ਨੂੰ ਸੰਵਿਧਾਨ ਬਚਾਉਣ ਦੀ ਗੱਲ ਬੋਲਣ ਬਿਨਾਂ ਕੋਈ ਚਾਰਾ ਨਹੀਂ ਹੈ। ਦਰਜਨਾਂ ਵਾਰੀ ਰਾਜ ਸਰਕਾਰਾਂ ਨੂੰ ਬਰਖਾਸਤ ਕਰ ਦਿੱਤਾ, ਲੋਕਾਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਬਰਖਾਸਤ ਕਰ ਦਿੱਤਾ। ਉਹਨਾਂ ਲਈ ਸੰਵਿਧਾਨ ਬਚਾਉਣਾ ਇਹ ਬੋਲ-ਬੋਲ ਕੇ ਉਹਨਾਂ ਸੰਸਕਾਰਾਂ ਨੂੰ ਜੀਣ ਦੀ ਲੋੜ ਹੈ। ਮੰਤਰੀ ਮੰਡਲ ਨੇ ਇੱਕ ਪ੍ਰਸਤਾਵ ਪਾਸ ਕੀਤਾ ਹੈ। ਲੋਕਤੰਤਰ ਅਤੇ ਸੰਵਿਧਾਨ ਨਾਲ ਬਣੀ ਹੋਈ ਕੈਬਨਿਟ ਉਸਨੇ ਇੱਕ ਪ੍ਰਸਤਾਵ ਪਾਸ ਕੀਤਾ ਹੈ। ਉਸ ਪ੍ਰਸਤਾਵ ਨੂੰ ਪ੍ਰੈਸ ਕਾਨਫਰੰਸ ਵਿੱਚ ਪਾੜ ਦੇਣਾ ਉਹਨਾਂ ਲੋਕਾਂ ਲਈ ਸੰਵਿਧਾਨ ਬਚਾਉਣ ਦੀ ਸਿੱਖਿਆ ਲੈਣਾ ਬਹੁਤ ਜ਼ਰੂਰੀ ਹੈ ਅਤੇ ਇਸ ਲਈ ਉਹਨਾਂ ਲੋਕਾਂ ਨੂੰ ਵਾਰ-ਵਾਰ ਸੰਵਿਧਾਨ ਬਚਾਓ ਦਾ ਮੰਤਰ ਬੋਲਣਾ ਬਹੁਤ ਜ਼ਰੂਰੀ ਹੈ। PM ਅਤੇ PMO ਦੇ ਬਾਹਰ ਰਿਪੀਟ PMO ਅਤੇ PMO ਦੇ ਉੱਪਰ ਕੌਮੀ ਸਲਾਹਕਾਰ ਪਰਿਸ਼ਦ ਰਿਮੋਟ ਕੰਟਰੋਲ ਨਾਲ ਸਰਕਾਰ ਚਲਾਉਣ ਦਾ ਤਰੀਕਾ ਅਪਣਾਉਣ ਵਾਲਿਆਂ ਨੂੰ ਸੰਵਿਧਾਨ ਦਾ ਮਹੱਤਵ ਸਮਝਣਾ ਬਹੁਤ ਜ਼ਰੂਰੀ ਹੈ। ਮਾਣਯੋਗ ਸਪੀਕਰ ਜੀ, ਸੰਵਿਧਾਨ ਦੀ ਵਕਾਲਤ ਦੇ ਨਾਂ 'ਤੇ ਦਿੱਲੀ ਅਤੇ ਦੇਸ਼ ਵਿੱਚ ਕੀ ਹੋ ਰਿਹਾ ਹੈ ਉਹ ਦੇਸ਼ ਚੰਗੀ ਤਰ੍ਹਾਂ ਦੇਖ ਰਿਹਾ ਹੈ, ਸਮਝ ਵੀ ਰਿਹਾ ਹੈ ਅਤੇ ਦੇਸ਼ ਦੀ ਚੁੱਪ ਵੀ ਕਦੇ ਨਾ ਕਦੇ ਰੰਗ ਲਿਆਏਗੀ। ਸਰਵਉੱਚ ਅਦਾਲਤ ਉਹ ਸੰਵਿਧਾਨ ਪ੍ਰਤੀ ਸਿੱਧਾ ਇੱਕ ਮਹੱਤਵਪੂਰਨ ਅੰਗ ਹੈ। ਦੇਸ਼ ਦੀ ਸਰਵਉੱਚ ਅਦਾਲਤ ਵਾਰ-ਵਾਰ ਕਹਿ ਰਹੀ ਹੈ ਕਿ ਅੰਦੋਲਨ ਅਜਿਹੇ ਨਾ ਹੋਣ ਜੋ ਆਮ ਮਨੁੱਖ ਨੂੰ ਤਕਲੀਫ ਦੇਣ। ਅੰਦੋਲਨ
ਅਜਿਹੇ ਨਾ ਹੋਣ ਜੋ ਹਿੰਸਾ ਦੇ ਮਾਰਗ ਤੇ ਚੱਲ ਪੈਣ। ਸੰਵਿਧਾਨ ਬਚਾਉਣ ਦੀ ਗੱਲ ਵਾਲਾ ਸਮਾਂ, ਲੇਕਿਨ ਇਹੀ ਖੱਬੇ ਪੱਖੀ ਲੋਕ, ਇਹੀ ਕਾਂਗਰਸ ਦੇ ਲੋਕ, ਇਹੀ ਵੋਟ ਬੈਂਕ ਦੀ ਰਾਜਨੀਤੀ ਕਰਨ ਵਾਲੇ ਲੋਕ ਉੱਥੇ ਜਾ ਜਾ ਕੇ ਉਕਸਾ ਰਹੇ ਨੇ, ਭੜਕਾਊ ਗੱਲਾਂ ਕਰ ਰਹੇ ਨੇ। ਮਾਣਯੋਗ ਸਪੀਕਰ ਜੀ, ਇੱਕ ਸ਼ਾਇਰ ਨੇ ਕਿਹਾ ਸੀ, खूब पर्दा है कि चिलमन से लगे बैठे हैं, खूब पर्दा है कि चिलमन से लगे बैठे हैं, साफ छुपते भी नहीं, सामने आते भी नहीं। पब्लिक सब जानती है, सब समझती है। मानयोग स्पीकर जी, ਪਿਛਲੇ ਦਿਨਾਂ ਵਿੱਚ ਜੋ ਭਾਸ਼ਾਵਾਂ ਬੋਲੀਆਂ ਗਈਆਂ, ਇਸ ਪ੍ਰਕਾਰ ਨਾਲ ਬਿਆਨ ਦਿੱਤੇ ਗਏ, ਵੱਡੇ ਵੱਡੇ ਨੇਤਾ ਵੀ ਉੱਥੇ ਪਹੁੰਚ ਜਾਂਦੇ ਹਨ। ਇਸ ਦਾ ਬਹੁਤ ਵੱਡਾ ਅਫਸੋਸ ਹੈ। ਪੱਛਮੀ ਬੰਗਾਲ ਦੇ ਪੀੜਤ ਲੋਕ ਇੱਥੇ ਬੈਠੇ ਹਨ। ਜੇਕਰ ਉਹ ਉੱਥੇ ਕੀ ਚੱਲ ਰਿਹਾ ਹੈ ਇਸ ਦਾ ਕੱਚਾ ਚਿੱਠਾ ਖੋਲ੍ਹ ਦੇਣਗੇ ਤਾਂ ਦਾਦਾ ਤੁਹਾਨੂੰ ਤਕਲੀਫ ਹੋਵੇਗੀ। ਨਿਰਦੋਸ਼ ਲੋਕਾਂ ਨੂੰ ਕਿਸ ਪ੍ਰਕਾਰ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਉਹ ਚੰਗੀ ਤਰ੍ਹਾਂ ਜਾਣਦੇ ਨੇ। ਮਾਣਯੋਗ ਸਪੀਕਰ ਜੀ, ਕਾਂਗਰਸ ਦੇ ਸਮੇਂ ਸੰਵਿਧਾਨ ਦੀ ਕੀ ਸਥਿਤੀ ਸੀ, ਲੋਕਾਂ ਦੇ ਅਧਿਕਾਰਾਂ ਦੀ ਕੀ ਸਥਿਤੀ ਸੀ, ਇਹ ਮੈਂ ਜ਼ਰਾ ਇਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ। ਜੇਕਰ ਸੰਵਿਧਾਨ ਇੰਨਾ ਮਹੱਤਵਪੂਰਨ ਹੈ ਜੋ ਅਸੀਂ ਮੰਨਦੇ ਹਾਂ, ਜੇਕਰ ਤੁਸੀਂ ਮੰਨਦੇ ਹੋ, ਤਾਂ ਜੰਮੂ ਕਸ਼ਮੀਰ ਵਿੱਚ ਹਿੰਦੁਸਤਾਨ ਦਾ ਸੰਵਿਧਾਨ ਲਾਗੂ ਕਰਨ ਤੋਂ ਤੁਹਾਨੂੰ ਕਿਸ ਨੇ ਰੋਕਿਆ ਸੀ? ਇਸੇ ਸੰਵਿਧਾਨ ਦੇ ਦਿੱਤੇ ਅਧਿਕਾਰਾਂ ਤੋਂ ਜੰਮੂ ਕਸ਼ਮੀਰ ਦੇ ਮੇਰੇ ਭੈਣ ਭਰਾਵਾਂ ਨੂੰ ਵਾਂਝੇ ਰੱਖਣ ਦਾ ਪਾਪ ਕਿਸ ਨੇ ਕੀਤਾ ਸੀ? ਅਤੇ ਸ਼ਸ਼ੀ ਜੀ, ਤੁਸੀਂ ਤਾਂ ਜੰਮੂ ਕਸ਼ਮੀਰ ਦੇ ਜਵਾਈ ਰਹੇ ਹੋ। ਅਰੇ, ਉਹਨਾਂ ਬੇਟੀਆਂ ਦੀ ਚਿੰਤਾ ਕਰਦੇ ਤੁਸੀਂ ਸੰਵਿਧਾਨ ਦੀ ਗੱਲ ਕਰਦੇ ਹੋ। ਅਤੇ ਇਸ ਲਈ ਮਾਣਯੋਗ ਸਪੀਕਰ ਜੀ, ਇੱਕ ਮਾਣਯੋਗ ਸੰਸਦ ਮੈਂਬਰ ਨੇ ਕਿਹਾ ਕਿ ਜੰਮੂ ਕਸ਼ਮੀਰ ਨੇ ਆਪਣੀ ਪਛਾਣ ਗੁਆਈ ਹੈ। ਕਿਸੇ ਨੇ ਕਿਹਾ ਕਿਸੇ ਦੀ ਨਜ਼ਰ ਵਿੱਚ ਤਾਂ ਜੰਮੂ ਕਸ਼ਮੀਰ ਦਾ ਮਤਲਬ ਜ਼ਮੀਨ ਹੀ ਸੀ। ਮਾਣਯੋਗ ਸਪੀਕਰ ਜੀ, ਕਸ਼ਮੀਰ ਵਿੱਚ ਜਿਨ੍ਹਾਂ ਨੂੰ ਸਿਰਫ ਜ਼ਮੀਨ ਦਿਖਾਈ ਦਿੰਦੀ ਹੈ, ਨਾ ਤਾਂ ਉਹਨਾਂ ਨੂੰ ਇਸ ਦੇਸ਼ ਦਾ ਕੁਝ ਅੰਦਾਜ਼ਾ ਹੈ ਅਤੇ ਉਹ ਉਹਨਾਂ ਦੀ ਬੌਧਿਕ ਦਲਿੱਦਰਤਾ ਦੀ ਪਛਾਣ ਕਰਾਉਂਦਾ ਹੈ। ਕਸ਼ਮੀਰ ਭਾਰਤ ਦਾ ਮੁਕਟਮਣੀ ਹੈ। ਮਾਣਯੋਗ ਸਪੀਕਰ ਜੀ, ਕਸ਼ਮੀਰ ਦੀ ਪਛਾਣ ਬੰਬ, ਬੰਦੂਕ ਅਤੇ ਵੱਖਵਾਦ ਵਾਲੀ ਬਣਾ ਦਿੱਤੀ ਗਈ ਸੀ। 19 ਜਨਵਰੀ 1990 ਜੋ ਲੋਕ ਪਛਾਣ ਦੀ ਗੱਲ ਕਰਦੇ ਹਨ, 19 ਜਨਵਰੀ 1990 ਉਹ ਕਾਲੀ ਰਾਤ, ਉਸੇ ਦਿਨ ਕੁਝ ਲੋਕਾਂ ਨੇ ਕਸ਼ਮੀਰ ਦੀ ਪਛਾਣ ਨੂੰ ਦਫਨਾ ਦਿੱਤਾ ਸੀ। ਕਸ਼ਮੀਰ ਦੀ ਪਛਾਣ ਸੂਫੀ ਪਰੰਪਰਾ ਹੈ। ਕਸ਼ਮੀਰ ਦੀ ਪਛਾਣ ਸਰਬਪੰਥ ਸੁਭਾਅ ਹੈ। ਕਸ਼ਮੀਰ ਦੇ ਪ੍ਰਤੀਨਿਧੀ ਮਾਂ ਲਾਲਦੇੜ, ਨੰਦ ਰਿਸ਼ੀ, ਸੈਯਦ ਬੁਲਬੁਲ ਸ਼ਾਹ, ਮੀਰ ਸੈਯਦ ਅਲੀ ਹਮਦਾਨੀ, ਇਹ ਕਸ਼ਮੀਰ ਦੀ ਪਛਾਣ ਨੇ। ਮਾਣਯੋਗ ਸਪੀਕਰ ਜੀ, ਕੁਝ ਲੋਕ ਕਹਿੰਦੇ ਹਨ ਧਾਰਾ 370 ਹਟਣ ਤੋਂ ਬਾਅਦ ਅੱਗ ਲੱਗ ਜਾਵੇਗੀ। ਇਹ ਕਿਵੇਂ ਭਵਿੱਖਬਾਣੀਕਾਰ ਹਨ? ਅੱਗ ਲੱਗ ਜਾਵੇਗੀ 370 ਹਟਣ ਦੇ ਬਾਅਦ। ਅਤੇ ਅੱਜ ਦੇ ਲੋਕ ਜੋ ਬੋਲਦੇ ਹਨ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਹਾਂ, ਕੁਝ ਲੋਕ ਕਹਿੰਦੇ ਹਨ ਕੁਝ ਨੇਤਾ ਜੇਲ੍ਹ ਵਿੱਚ ਨੇ। ਜਰਾ ਮੈਂ ਇਸ ਸਦਨ ਵਿੱਚ, ਇਹ ਸੰਵਿਧਾਨ ਦੀ ਰਾਖੀ ਕਰਨ ਵਾਲਾ ਸਦਨ ਹੈ, ਇਹ ਸੰਵਿਧਾਨ ਨੂੰ ਸਮਰਪਿਤ ਸਦਨ ਹੈ, ਇਹ ਸੰਵਿਧਾਨ ਦਾ
ਮਾਣ ਕਰਨ ਵਾਲਾ ਸਦਨ ਹੈ। ਇਹ ਸੰਵਿਧਾਨ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਵਾਲੇ ਮੈਂਬਰਾਂ ਦਾ ਭਰਿਆ ਹੋਇਆ ਸਦਨ ਹੈ। ਮੈਂ ਸਾਰੇ ਮਾਣਯੋਗ ਮੈਂਬਰਾਂ ਦੀ ਆਤਮਾ ਨੂੰ ਅੱਜ ਛੂਹਣ ਦੀ ਕੋਸ਼ਿਸ਼ ਕਰਨਾ ਚਾਹੁੰਦਾ ਹਾਂ, ਜੇਕਰ ਹੈ ਤਾਂ। ਮਾਣਯੋਗ ਸਪੀਕਰ ਜੀ, ਮਹਿਬੂਬਾ ਮੁਫਤੀ ਜੀ ਨੇ 15 ਅਗਸਤ ਨੂੰ ਕੀ ਕਿਹਾ ਸੀ? ਮਹਿਬੂਬਾ ਮੁਫਤੀ ਜੀ ਨੇ ਕਿਹਾ ਸੀ, ਅਤੇ ਸੰਵਿਧਾਨ ਨੂੰ ਸਮਰਪਿਤ ਲੋਕ ਜਰਾ ਧਿਆਨ ਨਾਲ ਸੁਣਨ। ਮਹਿਬੂਬਾ ਮੁਫਤੀ ਜੀ ਨੇ ਕਿਹਾ ਸੀ, ਭਾਰਤ ਨੇ, ਇਹ ਸ਼ਬਦ ਬਹੁਤ ਗੰਭੀਰ ਹਨ। ਉਹਨਾਂ ਨੇ ਕਿਹਾ ਕਿ ਭਾਰਤ ਨੇ ਕਸ਼ਮੀਰ ਨਾਲ ਧੋਖਾ ਕੀਤਾ ਹੈ। ਅਸੀਂ ਜਿਸ ਦੇਸ਼ ਨਾਲ ਰਹਿਣ ਦਾ ਫੈਸਲਾ ਕੀਤਾ ਹੈ, ਉਸਨੇ ਸਾਨੂੰ ਧੋਖਾ ਦਿੱਤਾ ਹੈ। ਅਜਿਹਾ ਲੱਗਦਾ ਹੈ ਕਿ ਅਸੀਂ 1947 ਵਿੱਚ ਗਲਤ ਚੋਣ ਕਰ ਲਈ ਸੀ। ਕੀ ਇਹ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਇਸ ਪ੍ਰਕਾਰ ਦੀ ਭਾਸ਼ਾ ਨੂੰ ਸਵੀਕਾਰ ਕਰ ਸਕਦੇ ਹਨ? ਕੀ ਉਹਨਾਂ ਦੀ ਵਕਾਲਤ ਕਰਦੇ ਹੋ, ਉਹਨਾਂ ਦਾ ਅਨੁਮੋਦਨ ਕਰਦੇ ਹੋ? ਉਸੇ ਤਰ੍ਹਾਂ ਸ਼੍ਰੀਮਾਨ ਉਮਰ ਅਬਦੁੱਲਾ ਜੀ ਨੇ ਕਿਹਾ ਸੀ, ਉਹਨਾਂ ਨੇ ਕਿਹਾ ਸੀ, ਧਾਰਾ 370 ਦਾ ਹਟਾਉਣਾ ਅਜਿਹਾ ਭੁਚਾਲ ਲਿਆਏਗਾ ਕਿ ਕਸ਼ਮੀਰ ਭਾਰਤ ਤੋਂ ਅਲੱਗ ਹੋ ਜਾਏਗਾ। ਮਾਣਯੋਗ ਸਪੀਕਰ ਜੀ, ਫਾਰੂਕ ਅਬਦੁੱਲਾ ਜੀ ਨੇ ਕਿਹਾ ਸੀ, 370 ਦਾ ਹਟਾਇਆ ਜਾਣਾ ਕਸ਼ਮੀਰ ਦੇ ਲੋਕਾਂ ਦੀ ਆਜ਼ਾਦੀ ਦੀ ਅਗਵਾਈ ਕਰੇਗਾ। ਜੇਕਰ 370 ਹਟਾਈ ਗਈ ਤਾਂ ਭਾਰਤ ਦਾ ਝੰਡਾ ਲਹਿਰਾਉਣ ਵਾਲਾ ਕਸ਼ਮੀਰ ਵਿੱਚ ਕੋਈ ਨਹੀਂ ਬਚੇਗਾ। ਕੀ ਇਸ ਭਾਸ਼ਾ ਨਾਲ, ਇਸ ਭਾਵਨਾ ਨਾਲ ਕਿ ਹਿੰਦੁਸਤਾਨ ਦੇ ਸੰਵਿਧਾਨ ਨੂੰ ਸਮਰਪਿਤ ਕੋਈ ਵੀ ਵਿਅਕਤੀ ਇਸ ਨੂੰ ਸਵੀਕਾਰ ਕਰ ਸਕਦਾ ਹੈ? ਕੀ ਇਸ ਨਾਲ ਸਹਿਮਤ ਹੋ ਸਕਦਾ ਹੈ? ਮੈਂ ਇਹ ਗੱਲ ਉਹਨਾਂ ਲਈ ਕਹਿ ਰਿਹਾ ਜਿਨ੍ਹਾਂ ਦੀ ਆਤਮਾ ਹੈ। ਮਾਣਯੋਗ ਸਪੀਕਰ ਜੀ, ਇਹ ਉਹ ਲੋਕ ਹਨ ਜਿਨ੍ਹਾਂ ਨੂੰ ਕਸ਼ਮੀਰ ਦੀ ਜਨਤਾ 'ਤੇ ਭਰੋਸਾ ਨਹੀਂ ਅਤੇ ਇਸ ਲਈ ਅਜਿਹੀ ਭਾਸ਼ਾ ਬੋਲਦੇ ਨੇ। ਅਸੀਂ ਉਹ ਹਾਂ ਜਿਨ੍ਹਾਂ ਨੂੰ ਕਸ਼ਮੀਰ ਦੀ ਜਨਤਾ 'ਤੇ ਭਰੋਸਾ ਹੈ। ਅਸੀਂ ਭਰੋਸਾ ਕੀਤਾ ਹੈ। ਅਸੀਂ ਕਸ਼ਮੀਰ ਦੀ ਜਨਤਾ 'ਤੇ ਭਰੋਸਾ ਕੀਤਾ ਅਤੇ ਧਾਰਾ 370 ਨੂੰ ਹਟਾਇਆ ਅਤੇ ਅੱਜ ਤੇਜ਼ ਗਤੀ ਨਾਲ ਵਿਕਾਸ ਵੀ ਕਰ ਰਹੇ ਹਾਂ ਅਤੇ ਦੇਸ਼ ਦੇ ਕਿਸੇ ਵੀ ਖੇਤਰ ਦੇ ਹਾਲਾਤ ਖਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਮਾਣਯੋਗ ਸਪੀਕਰ ਜੀ, ਮੈਂ ਅੱਜ ਇਸ ਸਦਨ ਤੋਂ ਜੰਮੂ ਕਸ਼ਮੀਰ ਦੇ ਉਜਵਲ ਭਵਿੱਖ ਲਈ, ਜੰਮੂ ਕਸ਼ਮੀਰ ਦੇ ਵਿਕਾਸ ਲਈ, ਜੰਮੂ ਕਸ਼ਮੀਰ ਦੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਪ੍ਰਤੀਬੱਧ ਹਾਂ। ਅਸੀਂ ਸੰਵਿਧਾਨ ਨੂੰ ਸਮਰਪਿਤ ਲੋਕ ਸਾਰੇ ਦੇ ਸਾਰੇ ਪ੍ਰਤੀਬੱਧ ਹਾਂ। ਪਰ ਨਾਲ ਮੈਂ ਲੱਦਾਖ ਦੇ ਵਿਸ਼ੇ ਵਿੱਚ ਵੀ ਕਹਿਣਾ ਚਾਹਾਂਗਾ। ਮਾਣਯੋਗ ਸਪੀਕਰ ਜੀ, ਸਾਡੇ ਦੇਸ਼ ਵਿੱਚ ਸਿੱਕਮ ਅਜਿਹਾ ਪ੍ਰਦੇਸ਼ ਹੈ ਜਿਸ ਨੇ ਆਪਣੇ ਆਪ ਨੂੰ ਆਰਗੈਨਿਕ ਸਟੇਟ ਦੇ ਰੂਪ ਵਿੱਚ ਉਸਨੇ ਆਪਣੀ ਪਛਾਣ ਬਣਾਈ ਹੈ ਅਤੇ ਇੱਕ ਪ੍ਰਕਾਰ ਨਾਲ ਦੇਸ਼ ਦੇ ਕਈ ਰਾਜਾਂ ਨੂੰ ਸਿੱਕਮ ਵਰਗੇ ਛੋਟੇ ਰਾਜਾਂ ਨੇ ਪ੍ਰੇਰਣਾ ਦਿੱਤੀ ਹੈ। ਸਿੱਕਮ ਦੇ ਕਿਸਾਨ, ਸਿੱਕਮ ਦੇ ਨਾਗਰਿਕ ਇਸ ਅਭਿਨੰਦਨ ਦੇ ਅਧਿਕਾਰੀ ਹਨ। ਲੱਦਾਖ, ਮੈਂ ਮੰਨਦਾ ਹਾਂ, ਲੱਦਾਖ ਦੇ ਵਿਸ਼ੇ ਵਿੱਚ ਮੇਰੇ ਮਨ ਵਿੱਚ ਬਹੁਤ ਚਿੱਤਰ ਸਪਸ਼ਟ ਹਨ ਅਤੇ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਲੱਦਾਖ ਇਸ ਪ੍ਰਕਾਰ ਨਾਲ ਸਾਡੇ ਗੁਆਂਢ ਵਿੱਚ ਭੂਟਾਨ ਦੀ ਪੂਰੀ ਪ੍ਰਸ਼ੰਸਾ ਹੁੰਦੀ ਹੈ। ਵਾਤਾਵਰਣ ਨੂੰ ਲੈ ਕੇ ਕਾਰਬਨ ਨਿਰਪੱਖ ਦੇਸ਼ ਦੇ ਰੂਪ ਵਿੱਚ ਦੁਨੀਆ ਵਿੱਚ ਆਪਣੀ ਪਛਾਣ ਬਣੀ ਹੈ। ਅਸੀਂ ਦੇਸ਼ਵਾਸੀ ਸੰਕਲਪ ਕਰਦੇ ਹਾਂ ਅਤੇ ਸਾਨੂੰ ਸਾਰਿਆਂ ਨੂੰ ਸੰਕਲਪ ਕਰਨਾ ਚਾਹੀਦਾ ਹੈ ਕਿ ਅਸੀਂ ਲੱਦਾਖ ਨੂੰ ਵੀ ਇੱਕ ਕਾਰਬਨ ਨਿਰਪੱਖ ਇਕਾਈ ਦੇ ਰੂਪ ਵਿੱਚ ਵਿਕਸਿਤ ਕਰਾਂਗੇ, ਦੇਸ਼ ਦੇ ਲਈ ਇੱਕ ਪਛਾਣ ਬਣਾਵਾਂਗੇ ਅਤੇ ਉਸ ਦਾ ਲਾਭ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਮਾਡਲ ਦੇ ਰੂਪ ਵਿੱਚ ਮਿਲੇਗਾ। ਅਜਿਹਾ ਮੈਨੂੰ ਵਿਸ਼ਵਾਸ ਹੈ। ਮੈਂ ਜਦੋਂ ਲੱਦਾਖ ਜਾਵਾਂਗਾ, ਇਹਨਾਂ ਨੂੰ ਉਹਨਾਂ ਨਾਲ ਰਹਿ ਕੇ ਮੈਂ ਇਸ ਦਾ ਇੱਕ ਡਿਜ਼ਾਈਨ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹਾਂ। ਮਾਣਯੋਗ ਸਪੀਕਰ ਜੀ, ਇੱਥੋਂ ਜੋ ਇੱਕ ਕਾਨੂੰਨ ਸਦਨ ਨੇ ਪਾਸ ਕੀਤਾ, ਜੋ ਸੋਧਾਂ ਦੋਵੇਂ ਸਦਨਾਂ ਵਿੱਚ ਪਾਸ ਹੋਈਆਂ, ਜੋ ਨੋਟੀਫਾਈ ਹੋ ਗਿਆ,
ਉਸ ਦੇ ਸਬੰਧ ਵਿੱਚ ਕੁਝ ਨਾ ਕੁਝ ਕੋਸ਼ਿਸ਼ਾਂ ਹੋ ਰਹੀਆਂ ਹਨ CAA ਲਿਆਉਣ ਦੀਆਂ। ਲੋਕ ਕਹਿ ਰਹੇ ਹਨ ਕਿ CAA ਲਿਆਉਣ ਦੀ ਇੰਨੀ ਜਲਦੀ ਕੀ ਸੀ। ਕੁਝ ਮਾਣਯੋਗ ਮੈਂਬਰਾਂ ਨੇ ਇਹ ਕਿਹਾ ਕਿ ਸਰਕਾਰ ਭੇਦਭਾਵ ਕਰ ਰਹੀ ਹੈ। ਇਹ ਸਰਕਾਰ ਹਿੰਦੂ ਅਤੇ ਮੁਸਲਿਮ ਕਰ ਰਹੀ ਹੈ। ਕੁਝ ਨੇ ਕਿਹਾ ਅਸੀਂ ਦੇਸ਼ ਦੇ ਟੁਕੜੇ ਕਰਨਾ ਚਾਹੁੰਦੇ ਹਾਂ। ਬਹੁਤ ਕੁਝ ਕਿਹਾ ਗਿਆ ਅਤੇ ਇੱਥੋਂ ਬਾਹਰ ਬਹੁਤ ਕੁਝ ਬੋਲਿਆ ਜਾਂਦਾ ਹੈ। ਕਾਲਪਨਿਕ ਡਰ ਪੈਦਾ ਕਰਨ ਦੀ ਪੂਰੀ ਸ਼ਕਤੀ ਲਗਾ ਦਿੱਤੀ ਗਈ ਅਤੇ ਉਹ ਲੋਕ ਬੋਲ ਰਹੇ ਹਨ ਜੋ ਦੇਸ਼ ਦੇ ਟੁਕੜੇ ਟੁਕੜੇ ਕਰਨ ਵਾਲਿਆਂ ਦੇ ਨਾਲ ਖੜੇ ਹੋ ਕੇ ਜੋ ਲੋਕ ਫੋਟੋ ਖਿਚਵਾਉਂਦੇ ਨੇ। ਦਹਾਕਿਆਂ ਤੋਂ ਪਾਕਿਸਤਾਨ ਇਹੀ ਭਾਸ਼ਾ ਬੋਲਦਾ ਆਇਆ ਹੈ। ਪਾਕਿਸਤਾਨ ਇਹੀ ਗੱਲਾਂ ਕਰ ਰਿਹਾ ਹੈ। ਭਾਰਤ ਦੇ ਮੁਸਲਮਾਨਾਂ ਨੂੰ ਭੜਕਾਉਣ ਲਈ ਪਾਕਿਸਤਾਨ ਨੇ ਕੋਈ ਕਸਰ ਨਹੀਂ ਛੱਡੀ। ਭਾਰਤ ਦੇ ਮੁਸਲਮਾਨਾਂ ਨੂੰ ਗੁੰਮਰਾਹ ਕਰਨ ਲਈ ਪਾਕਿਸਤਾਨ ਨੇ ਹਰ ਖੇਡ ਖੇਡੀ ਹੈ, ਹਰ ਰੰਗ ਦਿਖਾਏ ਨੇ ਅਤੇ ਹੁਣ ਉਹਨਾਂ ਦੀ ਗੱਲ ਚੱਲਦੀ ਨਹੀਂ। ਪਾਕਿਸਤਾਨ ਦੀ ਗੱਲ ਵੱਧ ਨਹੀਂ ਰਹੀ। ਹੁਣ ਜਦੋਂ ਮੈਂ ਹੈਰਾਨ ਹਾਂ ਜਿਨ੍ਹਾਂ ਨੂੰ ਪਾਕਿਸਤਾਨ ਦੀ ਜਨਤਾ ਨੇ ਸੱਤਾ ਦੇ ਸਿੰਘਾਸਨ ਤੋਂ ਘਰ ਭੇਜ ਦਿੱਤਾ, ਉਹ ਅੱਜ ਉਸ ਕੰਮ ਨੂੰ ਕਰ ਰਹੇ ਨੇ ਜੋ ਕਦੇ ਇਹ ਦੇਸ਼ ਸੋਚ ਵੀ ਨਹੀਂ ਸੀ ਸਕਦਾ। ਸਾਨੂੰ ਯਾਦ ਦਿਵਾਇਆ ਜਾ ਰਿਹਾ ਹੈ ਕਿ ਇੰਡੀਆ ਦਾ ਨਾਅਰਾ ਦੇਣ ਵਾਲੇ, ਜੈ ਹਿੰਦ ਦਾ ਨਾਅਰਾ ਦੇਣ ਵਾਲੇ ਸਾਡੇ ਹੀ ਮੁਸਲਿਮ ਸਨ। ਦਿੱਕਤ ਇਹੀ ਹੈ ਕਿ ਕਾਂਗਰਸ ਅਤੇ ਉਸ ਦੀ ਨਜ਼ਰ ਵਿੱਚ ਇਹ ਲੋਕ ਹਮੇਸ਼ਾ ਹੀ ਸਿਰਫ ਤੇ ਸਿਰਫ ਮੁਸਲਿਮ ਸਨ। ਸਾਡੇ ਲਈ, ਸਾਡੀ ਨਜ਼ਰ ਵਿੱਚ ਉਹ ਭਾਰਤੀ ਹਨ, ਹਿੰਦੁਸਤਾਨੀ ਹਨ। ਖਾਨ ਅਬਦੁਲ ਗਫਾਰ ਖਾਨ ਹੋਵੇ। ਮਾਣਯੋਗ ਸਪੀਕਰ ਜੀ, ਮੇਰਾ ਸੁਭਾਗ ਰਿਹਾ ਹੈ ਲੜਕਪਨ ਵਿੱਚ ਖਾਨ ਅਬਦੁਲ ਗਫਾਰ ਖਾਨ ਜੀ ਦੇ ਚਰਨ ਛੂਹਣ ਦਾ ਮੈਨੂੰ ਮੌਕਾ ਮਿਲਿਆ ਸੀ। ਮੈਂ ਇਸ ਨੂੰ ਆਪਣਾ ਸੁਭਾਗ ਮੰਨਦਾ ਹਾਂ। ਮਾਣਯੋਗ ਸਪੀਕਰ ਜੀ, ਖਾਨ ਅਬਦੁਲ ਗਫਾਰ ਖਾਨ ਹੋਵੇ, ਅਸ਼ਫਾਕ ਉੱਲਾ ਖਾਂ ਹੋਵੇ, ਬੇਗਮ ਹਜ਼ਰਤ ਮਹਿਲ ਹੋਵੇ, ਵੀਰ ਸ਼ਹੀਦ ਅਬਦੁਲ ਕਰੀਮ ਹੋਵੇ, ਸਾਬਕਾ ਰਾਸ਼ਟਰਪਤੀ ਸ਼੍ਰੀਮਾਨ APJ ਅਬਦੁਲ ਕਲਾਮ ਹੋਣ, ਸਭ ਦੇ ਸਭ ਸਾਡੀ ਨਜ਼ਰ ਵਿੱਚ ਭਾਰਤੀ ਨੇ। ਮਾਣਯੋਗ ਸਪੀਕਰ ਜੀ, ਕਾਂਗਰਸ ਅਤੇ ਉਸ ਦੇ ਵਰਗੇ ਦਲਾਂ ਨੇ ਜਿਸ ਦਿਨ ਭਾਰਤ ਨੂੰ ਭਾਰਤ ਦੀ ਨਜ਼ਰ ਨਾਲ ਦੇਖਣਾ ਸ਼ੁਰੂ ਕੀਤਾ, ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇਗਾ। ਸਰ, ਮੈਂ ਕਾਂਗਰਸ ਦਾ ਅਤੇ ਉਹਨਾਂ ਦੇ ਮਾਹੌਲ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਹੋ ਹੱਲਾ ਮਚਾ ਰੱਖਿਆ ਹੈ। ਜੇਕਰ ਇਹ ਵਿਰੋਧ ਨਾ ਕਰਦੇ, ਇਹ ਹੱਲਾ ਨਾ ਕਰਦੇ, ਤਾਂ ਸ਼ਾਇਦ ਉਹਨਾਂ ਦਾ ਅਸਲੀ ਰੂਪ ਦੇਸ਼ ਨੂੰ ਪਤਾ ਨਾ ਲੱਗਦਾ। ਇਹ ਦੇਸ਼ ਨੇ ਦੇਖ ਲਿਆ ਹੈ ਕਿ ਦਲ ਲਈ ਕੌਣ ਹੈ, ਦੇਸ਼ ਲਈ ਕੌਣ ਹੈ। ਮੈਂ ਚਾਹੁੰਦਾ ਹਾਂ ਜਬ ਚਰਚਾ ਨਿਕਲ ਪੜੀ तो बात दूर तक ਚਲੀ ਜਾਏਗੀ। ਮਾਣਯੋਗ ਸਪੀਕਰ ਜੀ, ਪ੍ਰਧਾਨ ਮੰਤਰੀ ਬਣਨ ਦੀ ਇੱਛਾ ਕਿਸੇ ਦੀ ਵੀ ਹੋ ਸਕਦੀ ਹੈ ਅਤੇ ਉਸ ਵਿੱਚ ਕੁਝ ਬੁਰਾ ਵੀ ਨਹੀਂ, ਲੇਕਿਨ ਕਿਸੇ ਨੂੰ ਪ੍ਰਧਾਨ ਮੰਤਰੀ ਬਣਨਾ ਸੀ। ਇਸ ਲਈ ਹਿੰਦੁਸਤਾਨ ਦੇ ਉੱਪਰ ਇੱਕ ਲਕੀਰ ਖਿੱਚੀ ਗਈ ਅਤੇ ਦੇਸ਼ ਦੀ ਵੰਡ ਕਰ ਦਿੱਤੀ ਗਈ। ਵੰਡ ਦੇ ਬਾਅਦ ਜਿਸ ਤਰ੍ਹਾਂ ਪਾਕਿਸਤਾਨ ਵਿੱਚ ਹਿੰਦੂਆਂ, ਸਿੱਖਾਂ ਅਤੇ ਹੋਰ ਘੱਟ ਗਿਣਤੀਆਂ 'ਤੇ ਅਤਿਆਚਾਰ ਹੋਇਆ, ਜ਼ੁਲਮ ਹੋਇਆ, ਜ਼ੋਰ ਜ਼ਬਰਦਸਤੀ ਹੋਈ, ਉਸ ਦੀ ਕਲਪਨਾ ਤੱਕ ਨਹੀਂ ਕੀਤੀ ਜਾ ਸਕਦੀ। ਮੈਂ ਕਾਂਗਰਸ ਦੇ ਸਾਥੀਆਂ ਨੂੰ ਜ਼ਰਾ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਕਦੇ ਭੁਪਿੰਦਰ ਕੁਮਾਰ ਦੱਤ ਦਾ ਨਾਂ ਸੁਣਿਆ ਹੈ? ਕਾਂਗਰਸ ਲਈ ਜਾਣਨਾ ਬਹੁਤ ਜ਼ਰੂਰੀ ਹੈ ਅਤੇ ਇੱਥੇ ਹੀ ਨਹੀਂ, ਉਹਨਾਂ ਨੂੰ ਜਾਣਨਾ ਵੀ ਜ਼ਰੂਰੀ ਹੈ। ਭੁਪਿੰਦਰ ਕੁਮਾਰ ਦੱਤ ਇੱਕ ਸਮੇਂ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਵਿੱਚ ਸਨ, ਉਸ ਦੇ ਮੈਂਬਰ ਸਨ। ਆਜ਼ਾਦੀ ਦੇ ਘੋਲ ਦੌਰਾਨ 23 ਸਾਲ ਉਹਨਾਂ ਨੇ ਜੇਲ੍ਹ ਵਿੱਚ ਬਿਤਾਏ। ਉਹ ਇੱਕ ਅਜਿਹੇ ਮਹਾਂਪੁਰਖ ਸਨ
ਜਿਨ੍ਹਾਂ ਨੇ ਨਿਆਂ ਲਈ 78 ਦਿਨ ਜੇਲ੍ਹ ਦੇ ਅੰਦਰ ਭੁੱਖ ਹੜਤਾਲ ਕੀਤੀ ਸੀ ਅਤੇ ਇਹ ਵੀ ਉਹਨਾਂ ਦੇ ਨਾਂ ਇੱਕ ਰਿਕਾਰਡ ਹੈ। ਵੰਡ ਤੋਂ ਬਾਅਦ ਭੁਪਿੰਦਰ ਕੁਮਾਰ ਦੱਤ ਪਾਕਿਸਤਾਨ ਵਿੱਚ ਹੀ ਰੁਕ ਗਏ। ਉੱਥੋਂ ਦੀ ਸੰਵਿਧਾਨ ਸਭਾ ਦੇ ਉਹ ਮੈਂਬਰ ਸਨ। ਜਦੋਂ ਸੰਵਿਧਾਨ ਦਾ ਕੰਮ ਚੱਲ ਰਿਹਾ ਸੀ, ਅਜੇ ਤਾਂ ਸੰਵਿਧਾਨ ਦਾ ਕੰਮ ਚੱਲ ਹੀ ਰਿਹਾ ਸੀ, ਸ਼ੁਰੂਆਤ ਹੀ ਹੋਈ ਸੀ, ਉਸ ਸਮੇਂ ਭੁਪਿੰਦਰ ਕੁਮਾਰ ਦੱਤ ਨੇ ਉਸ ਸੰਵਿਧਾਨ ਸਭਾ ਵਿੱਚ ਜੋ ਕਿਹਾ ਸੀ ਉਸ ਨੂੰ ਮੈਂ ਅੱਜ ਦੁਹਰਾਉਂਦਾ ਹਾਂ। ਕਿਉਂ ਜੋ ਲੋਕ ਸਾਡੇ 'ਤੇ ਦੋਸ਼ ਮੜ ਰਹੇ ਨੇ ਉਹਨਾਂ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ। ਭੁਪਿੰਦਰ ਕੁਮਾਰ ਦੱਤ ਨੇ ਕਿਹਾ ਸੀ, ਜਿੱਥੋਂ ਤੱਕ ਪਾਕਿਸਤਾਨ ਦਾ ਸਬੰਧ ਹੈ, ਘੱਟ ਗਿਣਤੀਆਂ ਦਾ ਅਮਲੀ ਰੂਪ ਵਿੱਚ ਸਫਾਇਆ ਕਰ ਦਿੱਤਾ ਹੈ। ਸਾਡੇ ਵਿੱਚੋਂ ਜੋ ਲੋਕ ਇੱਥੇ ਰਹਿੰਦੇ ਹਨ ਉਹ ਪੂਰਬੀ ਬੰਗਾਲ ਵਿੱਚ ਅਜੇ ਵੀ ਰਹਿ ਰਹੇ 1 ਕਰੋੜ ਲੋਕਾਂ ਕੋਲ ਰਹਿੰਦੇ ਹਨ। ਉਹ ਨਿਰਾਸ਼ਾ ਦੀ ਭਾਵਨਾ ਵਿੱਚ ਜੀ ਰਹੇ ਨੇ। ਇਹ ਭੁਪਿੰਦਰ ਕੁਮਾਰ ਦੱਤ ਨੇ ਵੰਡ ਦੇ ਤੁਰੰਤ ਬਾਅਦ ਉੱਥੋਂ ਦੀ ਸੰਵਿਧਾਨ ਸਭਾ ਵਿੱਚ ਇਹ ਸ਼ਬਦ ਪ੍ਰਗਟ ਕੀਤੇ ਸਨ। ਇਹ ਹਾਲਾਤ ਸੀ ਆਜ਼ਾਦੀ ਦੇ ਸ਼ੁਰੂਆਤ ਦੇ ਦਿਨਾਂ ਤੋਂ ਹੀ ਘੱਟ ਗਿਣਤੀਆਂ ਦੀ, ਉੱਥੋਂ ਦੀਆਂ ਘੱਟ ਗਿਣਤੀਆਂ ਦੀ। ਇਸ ਦੇ ਬਾਅਦ ਪਾਕਿਸਤਾਨ ਵਿੱਚ ਸਥਿਤੀ ਇੰਨੀ ਖਰਾਬ ਹੋ ਗਈ ਕਿ ਭੁਪਿੰਦਰ ਦੱਤ ਨੂੰ ਭਾਰਤ ਆ ਕੇ ਸ਼ਰਨ ਲੈਣੀ ਪਈ ਅਤੇ ਬਾਅਦ ਵਿੱਚ ਉਹਨਾਂ ਦੀ ਮੌਤ ਵੀ ਮਾਂ ਭਾਰਤੀ ਦੀ ਗੋਦ ਵਿੱਚ ਹੋਈ। ਮਾਣਯੋਗ ਸਪੀਕਰ ਜੀ, ਉਦੋਂ ਦੇ ਪਾਕਿਸਤਾਨ ਵਿੱਚ ਇੱਕ ਹੋਰ ਵੱਡੇ ਆਜ਼ਾਦੀ ਘੁਲਾਟੀਏ ਰੁਕ ਗਏ ਸਨ, ਜੋਗਿੰਦਰ ਨਾਥ ਮੰਡਲ। ਉਹ ਸਮਾਜ ਦੇ ਬਹੁਤ ਹੀ ਪੀੜਤ, ਸ਼ੋਸ਼ਿਤ ਅਤੇ ਕੁਚਲੇ ਹੋਏ ਸਮਾਜ ਦੀ ਪ੍ਰਤੀਨਿਧਤਾ ਕਰਦੇ ਸਨ। ਉਹਨਾਂ ਨੂੰ ਪਾਕਿਸਤਾਨ ਦਾ ਪਹਿਲਾ ਕਾਨੂੰਨ ਮੰਤਰੀ ਵੀ ਬਣਾਇਆ ਗਿਆ ਸੀ। 9 ਅਕਤੂਬਰ 1950 ਅਜੇ ਆਜ਼ਾਦੀ ਅਤੇ ਵੰਡ ਦੇ 2-3 ਸਾਲ ਹੀ ਹੋਏ ਸਨ। 9 ਅਕਤੂਬਰ 1950 ਨੂੰ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ। ਉਹਨਾਂ ਦੇ ਅਸਤੀਫੇ ਦੇ ਇੱਕ ਪੈਰੇ ਅਸਤੀਫੇ ਵਿੱਚ ਜੋ ਲਿਖਿਆ ਸੀ ਉਸ ਦਾ ਮੈਂ ਹਵਾਲਾ ਦੇਣਾ ਚਾਹੁੰਦਾ ਹਾਂ। ਉਹਨਾਂ ਨੇ ਲਿਖਿਆ ਸੀ, ਮੇਰੇ ਲਈ ਇਹ ਦੱਸਣਾ ਜ਼ਰੂਰੀ ਹੈ ਕਿ ਪਾਕਿਸਤਾਨ ਤੋਂ ਹਿੰਦੂਆਂ ਨੂੰ ਬਾਹਰ ਕੱਢਣ ਦੀ ਨੀਤੀ ਪੂਰੀ ਤਰ੍ਹਾਂ ਪੱਛਮੀ ਪਾਕਿਸਤਾਨ ਵਿੱਚ ਸਫਲ ਹੋ ਗਈ ਹੈ ਅਤੇ ਪੂਰਬੀ ਪਾਕਿਸਤਾਨ ਵਿੱਚ ਪੂਰੀ ਹੋਣ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਸੀ, ਪਾਕਿਸਤਾਨ ਨੇ ਮੁਸਲਿਮ ਲੀਗ ਨੂੰ ਪੂਰੀ ਤਸੱਲੀ ਅਤੇ ਸੁਰੱਖਿਆ ਦਾ ਅਹਿਸਾਸ ਨਹੀਂ ਦਿੱਤਾ ਹੈ। ਉਹ ਹੁਣ ਹਿੰਦੂ ਬੁੱਧੀਜੀਵੀਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਨੇ ਤਾਂ ਕਿ ਪਾਕਿਸਤਾਨ ਦਾ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਜੀਵਨ ਉਹਨਾਂ ਤੋਂ ਕਿਸੇ ਤਰ੍ਹਾਂ ਪ੍ਰਭਾਵਿਤ ਨਾ ਹੋਵੇ। ਇਹ ਮੰਡਲ ਜੀ ਨੇ ਆਪਣੇ ਅਸਤੀਫੇ ਵਿੱਚ ਲਿਖਿਆ ਸੀ। ਇਹਨਾਂ ਨੂੰ ਵੀ ਆਖਰਕਾਰ ਭਾਰਤ ਹੀ ਆਉਣਾ ਪਿਆ ਅਤੇ ਉਹਨਾਂ ਦਾ ਦੇਹਾਂਤ ਵੀ ਮਾਂ ਭਾਰਤੀ ਦੀ ਗੋਦ ਵਿੱਚ ਹੋਇਆ। ਇੰਨੇ ਦਹਾਕਿਆਂ ਤੋਂ ਬਾਅਦ ਵੀ ਪਾਕਿਸਤਾਨ ਦੀ ਸੋਚ ਨਹੀਂ ਬਦਲੀ। ਉੱਥੇ ਅੱਜ ਵੀ ਘੱਟ ਗਿਣਤੀਆਂ 'ਤੇ ਅਤਿਆਚਾਰ ਹੋ ਰਹੇ ਨੇ। ਹਾਲ ਹੀ ਵਿੱਚ ਨਨਕਾਣਾ ਸਾਹਿਬ ਦੇ ਨਾਲ ਕੀ ਹੋਇਆ ਉਹ ਸਾਰੇ ਦੇਸ਼ ਅਤੇ ਦੁਨੀਆ ਨੇ ਦੇਖਿਆ ਅਤੇ ਉਹ ਅਜਿਹਾ ਹੀ ਨਹੀਂ ਹੈ ਕਿ ਸਿਰਫ ਹਿੰਦੂ ਅਤੇ ਸਿੱਖਾਂ ਨਾਲ ਹੀ ਹੁੰਦਾ ਹੈ, ਹੋਰ ਵੀ ਘੱਟ ਗਿਣਤੀਆਂ ਨਾਲ ਅਜਿਹਾ ਹੀ ਜ਼ੁਲਮ ਉੱਥੇ ਹੁੰਦਾ ਹੈ। ਈਸਾਈਆਂ ਨੂੰ ਵੀ ਅਜਿਹੀ ਪੀੜ ਝੱਲਣੀ ਪੈਂਦੀ ਹੈ। ਸਦਨ ਵਿੱਚ ਚਰਚਾ ਦਰਮਿਆਨ ਗਾਂਧੀ ਜੀ ਦੇ ਕਥਨ ਨੂੰ ਲੈ ਕੇ ਗੱਲ ਕਹੀ ਗਈ। ਸਦਨ ਵਿੱਚ ਚਰਚਾ ਦਰਮਿਆਨ ਗਾਂਧੀ ਜੀ ਦੇ ਕਥਨ ਨੂੰ ਲੈ ਕੇ ਵੀ ਗੱਲ ਕਹੀ ਗਈ। ਕਿਹਾ ਗਿਆ ਕਿ CAA 'ਤੇ ਸਰਕਾਰ ਜੋ ਕਹਿ ਰਹੀ ਹੈ ਉਹ ਗਾਂਧੀ ਜੀ ਦੀ ਭਾਵਨਾ ਨਹੀਂ ਸੀ। ਖੈਰ, ਕਾਂਗਰਸ ਵਰਗੇ ਦਲਾਂ ਨੇ ਤਾਂ ਗਾਂਧੀ ਜੀ ਦੀ ਗੱਲਾਂ ਨੂੰ ਦਹਾਕਿਆਂ ਪਹਿਲਾਂ ਛੱਡ ਦਿੱਤਾ ਸੀ। ਤੁਸੀਂ ਤਾਂ ਗਾਂਧੀ ਜੀ ਨੂੰ ਛੱਡ ਦਿੱਤਾ ਹੈ ਅਤੇ ਇਸ ਲਈ ਮੈਂ ਅਤੇ ਨਾ ਦੇਸ਼ ਤੁਹਾਡੇ ਤੋਂ ਕੋਈ ਉਮੀਦ ਕਰਦਾ ਹੈ। ਲੇਕਿਨ ਜਿਸ ਆਧਾਰ 'ਤੇ ਕਾਂਗਰਸ ਦੀ ਰੋਜੀ ਰੋਟੀ ਚੱਲ ਰਹੀ ਹੈ, ਮੈਂ ਅੱਜ ਉਹਨਾਂ ਦੀ ਗੱਲ ਕਰਨੀ ਚਾਹੁੰਦਾ। 1950 ਵਿੱਚ ਨਹਿਰੂ ਲਿਆਕਤ ਸਮਝੌਤਾ ਹੋਇਆ। ਭਾਰਤ ਅਤੇ ਪਾਕਿਸਤਾਨ ਵਿੱਚ ਰਹਿਣ ਵਾਲੇ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਲੈ ਕੇ ਇਹ ਸਮਝੌਤਾ ਹੋਇਆ। ਸਮਝੌਤੇ ਦਾ ਆਧਾਰ ਪਾਕਿਸਤਾਨ ਵਿੱਚ ਧਾਰਮਿਕ ਘੱਟ ਗਿਣਤੀਆਂ ਨਾਲ ਭੇਦਭਾਵ ਪੂਰਨ ਵਿਵਹਾਰ ਨਹੀਂ ਹੋਵੇਗਾ। ਪਾਕਿਸਤਾਨ ਵਿੱਚ ਰਹਿਣ ਵਾਲੇ ਜੋ ਲੋਕ ਹਨ ਉਹਨਾਂ ਵਿੱਚ ਧਾਰਮਿਕ ਘੱਟ ਗਿਣਤੀਆਂ ਹਨ। ਜਿਸ ਦੀ ਗੱਲ ਅਸੀਂ ਕਰ ਰਹੇ ਹਾਂ ਉਸ ਸਬੰਧ ਵਿੱਚ ਨਹਿਰੂ ਅਤੇ ਲਿਆਕਤ ਵਿਚਕਾਰ ਇੱਕ ਸਮਝੌਤਾ ਹੋਇਆ ਸੀ। ਹੁਣ ਕਾਂਗਰਸ ਨੂੰ ਜਵਾਬ ਦੇਣਾ ਹੋਵੇਗਾ। ਨਹਿਰੂ ਵਰਗੇ ਇੰਨੇ ਵੱਡੇ ਧਰਮ ਨਿਰਪੱਖ, ਨਹਿਰੂ ਵਰਗੇ ਇੰਨੇ ਵੱਡੇ ਮਹਾਨ ਵਿਚਾਰਕ, ਇੰਨੇ ਵੱਡੇ ਦੂਰਦਰਸ਼ੀ
ਅਤੇ ਤੁਹਾਡੇ ਲਈ ਸਭ ਕੁਝ। ਉਹਨਾਂ ਨੇ ਉਸ ਸਮੇਂ ਉੱਥੋਂ ਦੀ ਘੱਟ ਗਿਣਤੀ ਦੀ ਬਜਾਏ ਸਾਰੇ ਨਾਗਰਿਕ ਅਜਿਹਾ ਸ਼ਬਦ ਪ੍ਰਯੋਗ ਕਿਉਂ ਨਹੀਂ ਕੀਤਾ? ਜੇਕਰ ਇੰਨੇ ਹੀ ਮਹਾਨ ਸਨ, ਇੰਨੇ ਹੀ ਉਦਾਰ ਸਨ, ਤਾਂ ਕਿਉਂ ਨਹੀਂ ਕੀਤਾ ਭਾਈ? ਕੋਈ ਤਾਂ ਕਾਰਨ ਹੋਵੇਗਾ, ਪਰ ਇਸ ਸੱਚਾਈ ਨੂੰ ਤੁਸੀਂ ਕਦੋਂ ਤੱਕ ਝੁਠਲਾਉਂਦੇ ਰਹੋਗੇ? ਭਾਈਓ ਅਤੇ ਭੈਣੋ, ਮਾਣਯੋਗ ਸਪੀਕਰ ਜੀ ਅਤੇ ਮਾਣਯੋਗ ਮੈਂਬਰ ਸਾਹਿਬਾਨ, ਇਹ ਉਸ ਸਮੇਂ ਦੀ ਗੱਲ ਹੈ, ਇਹ ਮੈਂ ਉਸ ਸਮੇਂ ਦੀ ਗੱਲ ਦੱਸ ਰਿਹਾ। ਨਹਿਰੂ ਜੀ ਸਮਝੌਤੇ ਵਿੱਚ ਪਾਕਿਸਤਾਨ ਦੀ ਘੱਟ ਗਿਣਤੀਆਂ ਇਸ ਗੱਲ 'ਤੇ ਕਿਵੇਂ ਮੰਨ ਗਏ? ਜ਼ਰੂਰ ਕੋਈ ਨਾ ਕੋਈ ਵਜ੍ਹਾ ਹੋਵੇਗੀ। ਜੋ ਗੱਲ ਅਸੀਂ ਦੱਸ ਰਹੇ ਹਾਂ ਅੱਜ, ਉਹੀ ਗੱਲ ਉਸ ਸਮੇਂ ਨਹਿਰੂ ਜੀ ਨੇ ਦੱਸੀ ਸੀ। ਮਾਣਯੋਗ ਸਪੀਕਰ ਜੀ, ਨਹਿਰੂ ਜੀ ਨੇ ਘੱਟ ਗਿਣਤੀ ਸ਼ਬਦ ਕਿਉਂ ਪ੍ਰਯੋਗ ਕੀਤਾ? ਇਹ ਤੁਸੀਂ ਬੋਲੋਗੇ ਨਹੀਂ, ਕਿਉਂਕਿ ਤੁਹਾਨੂੰ ਤਕਲੀਫ ਹੈ, ਲੇਕਿਨ ਨਹਿਰੂ ਜੀ ਖੁਦ ਇਸ ਦਾ ਜਵਾਬ ਦੇ ਕੇ ਗਏ ਸਨ। ਨਹਿਰੂ ਜੀ ਨੇ ਨਹਿਰੂ ਲਿਆਕਤ ਸਮਝੌਤਾ ਹਸਤਾਖਰ ਹੋਣ ਤੋਂ 1 ਸਾਲ ਪਹਿਲਾਂ ਅਸਾਮ ਦੇ ਤਤਕਾਲੀ ਮੁੱਖ ਮੰਤਰੀ ਸ਼੍ਰੀਮਾਨ ਗੋਪੀਨਾਥ ਜੀ ਨੂੰ ਇੱਕ ਪੱਤਰ ਲਿਖਿਆ ਸੀ ਅਤੇ ਗੋਪੀਨਾਥ ਜੀ ਨੂੰ ਪੱਤਰ ਵਿੱਚ ਲਿਖਿਆ ਸੀ, ਉਸ ਦਾ ਮੈਂ ਹਵਾਲਾ ਦੇਣਾ ਚਾਹੁੰਦਾ ਹਾਂ। ਨਹਿਰੂ ਜੀ ਨੇ ਲਿਖਿਆ ਸੀ, ਤੁਹਾਨੂੰ ਹਿੰਦੂ ਸ਼ਰਨਾਰਥੀਆਂ ਅਤੇ ਮੁਸਲਿਮ ਪ੍ਰਵਾਸੀਆਂ ਇਸ ਵਿੱਚ ਫਰਕ ਕਰਨਾ ਹੋਵੇਗਾ ਅਤੇ ਦੇਸ਼ ਨੂੰ ਇਹਨਾਂ ਸ਼ਰਨਾਰਥੀਆਂ ਦੀ ਜ਼ਿੰਮੇਵਾਰੀ ਲੈਣੀ ਹੋਵੇਗੀ। ਉਸ ਸਮੇਂ ਅਸਾਮ ਦੇ ਮੁੱਖ ਮੰਤਰੀ ਨੂੰ ਉਸ ਸਮੇਂ ਦੇ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਜੀ ਦੀ ਲਿਖੀ ਹੋਈ ਚਿੱਠੀ ਹੈ। ਨਹਿਰੂ ਲਿਆਕਤ ਸਮਝੌਤੇ ਦੇ ਬਾਅਦ ਕੁਝ ਮਹੀਨਿਆਂ ਦੇ ਅੰਦਰ ਹੀ ਨਹਿਰੂ ਜੀ ਦਾ ਇਸ ਸੰਸਦ ਦੇ ਫਲੋਰ 'ਤੇ 5 ਨਵੰਬਰ 1950 ਨਹਿਰੂ ਜੀ ਨੇ ਕਿਹਾ ਸੀ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੋ ਪ੍ਰਭਾਵਿਤ ਲੋਕ ਭਾਰਤ ਵਿੱਚ ਸਥਾਪਿਤ ਹੋਣ ਲਈ ਆਏ ਹਨ, ਇਹ ਨਾਗਰਿਕਤਾ ਮਿਲਣ ਦੇ ਹੱਕਦਾਰ ਨੇ ਅਤੇ ਜੇਕਰ ਇਸ ਕਾਨੂੰਨ ਲਈ ਅਨੁਕੂਲ ਨਹੀਂ ਹੈ ਤਾਂ ਕਾਨੂੰਨ ਵਿੱਚ ਬਦਲਾਅ ਕੀਤਾ ਜਾਣਾ ਚਾਹੀਦਾ ਹੈ। 1963 ਵਿੱਚ ਲੋਕ ਸਭਾ ਵਿੱਚ ਇਸੇ ਸਦਨ ਵਿੱਚ ਅਤੇ ਇਸੇ ਜਗ੍ਹਾ 'ਤੇ 1963 ਵਿੱਚ ਧਿਆਨ ਪ੍ਰਸਤਾਵ ਪੇਸ਼ ਕੀਤਾ ਗਿਆ। ਉਸ ਸਮੇਂ ਪ੍ਰਧਾਨ ਮੰਤਰੀ ਨਹਿਰੂ ਤਤਕਾਲੀ ਵਿਦੇਸ਼ ਮੰਤਰੀ ਦੇ ਰੂਪ ਵਿੱਚ ਵੀ ਜ਼ਿੰਮੇਵਾਰੀ ਸੰਭਾਲ ਰਹੇ ਸਨ। ਮੋਸ਼ਨ ਦਾ ਜਵਾਬ ਦੇਣ ਲਈ ਵਿਦੇਸ਼ ਰਾਜ ਮੰਤਰੀ ਸ਼੍ਰੀਮਾਨ ਦਿਨੇਸ਼ ਜੀ ਜਦੋਂ ਬੋਲ ਰਹੇ ਸਨ ਤਾਂ ਅੰਤ ਵਿੱਚ ਪ੍ਰਧਾਨ ਮੰਤਰੀ ਨਹਿਰੂ ਨੇ ਵਿੱਚ ਹੀ ਉਹਨਾਂ ਨੂੰ ਟੋਕਦੇ ਹੋਏ ਕਿਹਾ ਸੀ ਅਤੇ ਉਹਨਾਂ ਜੋ ਕਿਹਾ ਸੀ ਮੈਂ ਹਵਾਲਾ ਦਿੰਦਾ ਹਾਂ। ਪੂਰਬੀ ਪਾਕਿਸਤਾਨ ਵਿੱਚ ਉੱਥੋਂ ਦੀ ਅਥਾਰਟੀ ਹਿੰਦੂਆਂ 'ਤੇ ਜ਼ਬਰਦਸਤ ਦਬਾਅ ਬਣਾ ਰਹੀ ਹੈ। ਇਹ ਪੰਡਤ ਜੀ ਦਾ ਭਾਸ਼ਣ ਸੀ। ਪਾਕਿਸਤਾਨ ਦੇ ਹਾਲਾਤ ਨੂੰ ਦੇਖਦੇ ਹੋਏ ਗਾਂਧੀ ਜੀ ਨਹੀਂ, ਨਹਿਰੂ ਜੀ ਦੀ ਭਾਵਨਾ ਵੀ ਰਹੀ ਸੀ। ਇੰਨੇ ਸਾਰੇ ਦਸਤਾਵੇਜ਼ ਹਨ, ਚਿੱਠੀਆਂ ਹਨ, ਸਟੈਂਡਿੰਗ ਕਮੇਟੀ ਦੀ ਰਿਪੋਰਟ ਹੈ, ਸਾਰੇ ਇਸੇ ਤਰ੍ਹਾਂ ਦੇ ਕਾਨੂੰਨ ਦੀ ਵਕਾਲਤ ਕਰਦੇ ਰਹੇ ਨੇ। ਮੈਂ ਇਸ ਸਦਨ ਵਿੱਚ ਤੱਥਾਂ ਦੇ ਆਧਾਰ 'ਤੇ ਹੁਣ ਵੀ ਕਾਂਗਰਸ ਤੋਂ ਖਾਸ ਤੌਰ 'ਤੇ ਪੁੱਛਣਾ ਚਾਹੁੰਦਾ ਹਾਂ ਅਤੇ ਉਹਨਾਂ ਦੇ ਮਾਹੌਲ ਮੇਰਾ ਇਹ ਸਵਾਲ ਸਮਝਣਗੇ। ਜੋ ਇਹ ਸਾਰੀਆਂ ਗੱਲਾਂ ਮੈਂ ਦੱਸੀਆਂ, ਕੀ ਪੰਡਿਤ ਨਹਿਰੂ ਕਮਿਊਨਲ ਸਨ? ਮੈਂ ਜ਼ਰਾ ਜਾਣਨਾ ਚਾਹੁੰਦਾ ਹਾਂ। ਕੀ ਪੰਡਿਤ ਨਹਿਰੂ ਹਿੰਦੂ ਮੁਸਲਿਮ ਵਿੱਚ ਭੇਦ ਕਰਦੇ ਸਨ? ਕੀ ਪੰਡਿਤ ਨਹਿਰੂ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਸਨ? ਮਾਣਯੋਗ ਸਪੀਕਰ ਜੀ, ਕਾਂਗਰਸ ਦੀ ਦਿੱਕਤ ਇਹ ਹੈ ਕਿ ਉਹ ਗੱਲਾਂ ਬਣਾਉਂਦੇ ਨੇ, ਝੂਠੇ ਵਾਅਦੇ ਕਰਦੇ ਨੇ ਅਤੇ ਦਹਾਕਿਆਂ ਤੱਕ ਉਹ ਵਾਅਦਿਆਂ ਨੂੰ ਟਾਲਦੇ ਰਹਿੰਦੇ ਨੇ। ਅੱਜ ਸਾਡੀ ਸਰਕਾਰ ਆਪਣੇ ਰਾਸ਼ਟਰ ਨਿਰਮਾਤਾਵਾਂ ਦੀਆਂ ਭਾਵਨਾਵਾਂ 'ਤੇ ਚੱਲਦੇ ਹੋਏ ਫੈਸਲੇ ਲੈ ਰਹੀ ਹੈ ਤਾਂ ਕਾਂਗਰਸ ਨੂੰ ਦਿੱਕਤ ਹੋ ਰਹੀ ਹੈ ਅਤੇ ਮੈਂ ਫਿਰ ਤੋਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਇਸ ਸਦਨ ਦੇ ਮਾਧਿਅਮ ਨਾਲ ਇਸ ਦੇਸ਼ ਦੇ 130 ਕਰੋੜ ਨਾਗਰਿਕਾਂ ਨੂੰ ਵੱਡੀ ਜ਼ਿੰਮੇਵਾਰੀ ਨਾਲ ਸੰਵਿਧਾਨ ਦੀਆਂ ਮਰਿਆਦਾਵਾਂ ਨੂੰ ਸਮਝਦੇ ਹੋਏ ਇਹ ਕਹਿਣਾ ਚਾਹੁੰਦਾ ਹਾਂ, ਸੰਵਿਧਾਨ ਪ੍ਰਤੀ ਸਮਰਪਣ ਭਾਵ ਨਾਲ ਕਹਿਣਾ ਚਾਹੁੰਦਾ ਹਾਂ ਕਿ ਦੇਸ਼ ਦੇ 130 ਕਰੋੜ ਨਾਗਰਿਕਾਂ ਨੂੰ ਕਹਿਣਾ ਚਾਹੁੰਦਾ ਹਾਂ, CAA
ਇਸ ਐਕਟ ਨਾਲ ਹਿੰਦੁਸਤਾਨ ਦੇ ਕਿਸੇ ਵੀ ਨਾਗਰਿਕ 'ਤੇ ਕਿਸੇ ਵੀ ਪ੍ਰਕਾਰ ਦਾ ਕੋਈ ਪ੍ਰਭਾਵ ਹੋਣ ਵਾਲਾ ਨਹੀਂ ਹੈ, ਚਾਹੇ ਉਹ ਹਿੰਦੂ ਹੋਵੇ, ਮੁਸਲਿਮ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਕਿਸੇ 'ਤੇ ਨਹੀਂ ਹੋਣ ਵਾਲਾ। ਇਸ ਨਾਲ ਭਾਰਤ ਦੀ ਘੱਟ ਗਿਣਤੀ ਨੂੰ ਕੋਈ ਨੁਕਸਾਨ ਹੋਣ ਵਾਲਾ ਨਹੀਂ। ਫਿਰ ਵੀ ਜਿਨ੍ਹਾਂ ਲੋਕਾਂ ਨੂੰ ਦੇਸ਼ ਦੀ ਜਨਤਾ ਨੇ ਨਕਾਰ ਦਿੱਤਾ ਹੈ, ਉਹ ਲੋਕ ਵੋਟ ਬੈਂਕ ਦੀ ਰਾਜਨੀਤੀ ਕਰਨ ਲਈ ਇਹ ਖੇਡ ਖੇਡ ਰਹੇ ਨੇ। ਅਤੇ ਮੈਂ ਜਰਾ ਪੁੱਛਣਾ ਚਾਹੁੰਦਾ ਹਾਂ, ਮੈਂ ਕਾਂਗਰਸ ਦੇ ਲੋਕਾਂ ਨੂੰ ਵਿਸ਼ੇਸ਼ ਰੂਪ ਨਾਲ ਪੁੱਛਣਾ ਚਾਹੁੰਦਾ ਹਾਂ, ਜੋ ਘੱਟ ਗਿਣਤੀ ਦੇ ਨਾਂ 'ਤੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਦੇ ਨੇ। ਕੀ ਕਾਂਗਰਸ ਨੂੰ 84 ਦੇ ਦਿੱਲੀ ਦੰਗੇ ਯਾਦ ਨੇ? ਕਿ ਘੱਟ ਗਿਣਤੀ ਦੇ ਨਾਲ ਕੀ ਉਹ ਘੱਟ ਗਿਣਤੀ ਨਹੀਂ ਸੀ? ਕੀ ਤੁਸੀਂ ਉਹਨਾਂ ਲੋਕਾਂ ਦੇ, ਸਾਡੇ ਸਿੱਖ ਭਾਈਆਂ ਦੇ ਗਲਾਂ ਵਿੱਚ ਟਾਇਰ ਬੰਨ੍ਹ ਕੇ ਉਹਨਾਂ ਨੂੰ ਜਲਾ ਦਿੱਤਾ ਸੀ? ਇੰਨਾ ਹੀ ਨਹੀਂ, ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਜੇਲ੍ਹ ਤੱਕ ਭੇਜਣ ਦਾ ਕੰਮ ਤੁਸੀਂ ਨਹੀਂ ਕੀਤਾ। ਇੰਨਾ ਹੀ ਨਹੀਂ, ਅੱਜ ਜਿਨ੍ਹਾਂ 'ਤੇ ਦੋਸ਼ ਲੱਗੇ ਹੋਏ ਨੇ ਸਿੱਖ ਦੰਗਿਆਂ ਨੂੰ ਭੜਕਾਉਣ ਦੇ, ਜਿਨ੍ਹਾਂ 'ਤੇ ਦੋਸ਼ ਲੱਗੇ ਹਨ, ਉਹਨਾਂ ਨੂੰ ਅੱਜ ਮੁੱਖ ਮੰਤਰੀ ਬਣਾ ਦਿੱਤਾ ਹੈ। ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਉਹਨਾਂ ਸਾਡੀਆਂ ਵਿਧਵਾ ਮਾਵਾਂ ਨੂੰ 3-3 ਦਹਾਕੇ ਤੱਕ ਨਿਆਂ ਲਈ ਇੰਤਜ਼ਾਰ ਕਰਨਾ ਪਿਆ। ਕੀ ਉਹ ਘੱਟ ਗਿਣਤੀ ਨਹੀਂ ਸਨ? ਕਿ ਘੱਟ ਗਿਣਤੀ ਲੋਕਾਂ ਲਈ 2-2 ਤਰਾਜੂ ਹੋਣਗੇ? ਕੀ ਇਹੀ ਤੁਹਾਡੇ ਤਰੀਕੇ ਹੋਣਗੇ? ਮਾਣਯੋਗ ਸਪੀਕਰ ਜੀ, ਕਾਂਗਰਸ ਪਾਰਟੀ ਜਿਸ ਨੇ ਇੰਨੇ ਸਾਲਾਂ ਤੱਕ ਦੇਸ਼ 'ਤੇ ਰਾਜ ਕੀਤਾ, ਅੱਜ ਉਹ ਦੇਸ਼ ਦਾ ਦੁਰਭਾਗ ਹੈ ਕਿ ਜਿਸ ਕੋਲ ਇੱਕ ਜ਼ਿੰਮੇਵਾਰੀ ਵਿਰੋਧੀ ਦੇ ਰੂਪ ਵਿੱਚ ਦੇਸ਼ ਦੀਆਂ ਉਮੀਦਾਂ ਸਨ, ਉਹ ਅੱਜ ਗਲਤ ਰਸਤੇ 'ਤੇ ਚੱਲ ਪਏ ਨੇ। ਇਹ ਰਸਤਾ ਤੁਹਾਨੂੰ ਵੀ ਮੁਸੀਬਤ ਪੈਦਾ ਕਰਨ ਵਾਲਾ ਹੈ, ਦੇਸ਼ ਨੂੰ ਸੰਕਟ ਵਿੱਚ ਪਾਉਣ ਵਾਲਾ ਹੈ। ਅਤੇ ਇਹ ਚੇਤਾਵਨੀ ਮੈਂ ਇਸ ਲਈ ਦੇ ਰਿਹਾ ਹਾਂ, ਸਾਨੂੰ ਸਭ ਨੂੰ ਦੇਸ਼ ਦੀ ਫਿਕਰ ਹੋਣੀ ਚਾਹੀਦੀ ਹੈ, ਦੇਸ਼ ਦੇ ਰੌਸ਼ਨ ਭਵਿੱਖ ਦੀ ਚਿੰਤਾ ਹੋਣੀ ਚਾਹੀਦੀ ਹੈ। ਤੁਸੀਂ ਸੋਚੋ, ਜੇਕਰ ਰਾਜਸਥਾਨ ਦੀ ਵਿਧਾਨ ਸਭਾ ਕੋਈ ਫੈਸਲਾ ਕਰੇ, ਕੋਈ ਵਿਵਸਥਾ ਖੜੀ ਕਰੇ ਅਤੇ ਰਾਜਸਥਾਨ ਵਿੱਚ ਉਹ ਕੋਈ ਮੰਨਣ ਨੂੰ ਤਿਆਰ ਨਾ ਹੋਵੇ, ਜਲਸੇ ਜਲੂਸ ਕੱਢਣ, ਹਿੰਸਾ ਕਰਨ, ਅੱਗ ਲਗਾਉਣ, ਤੁਹਾਡੀ ਸਰਕਾਰ ਹੈ, ਕੀ ਸਥਿਤੀ ਬਣੇਗੀ? ਮੱਧ ਪ੍ਰਦੇਸ਼ ਤੁਸੀਂ ਬੈਠੇ ਹੋ, ਮੱਧ ਪ੍ਰਦੇਸ਼ ਦੀ ਵਿਧਾਨ ਸਭਾ ਕੋਈ ਫੈਸਲਾ ਕਰੇ ਅਤੇ ਉੱਥੋਂ ਦੀ ਜਨਤਾ ਉਸ ਦੇ ਖਿਲਾਫ ਇਸੇ ਪ੍ਰਕਾਰ ਨਾਲ ਨਿਕਲ ਪਏ, ਕੀ ਦੇਸ਼ ਇਸ ਤਰ੍ਹਾਂ ਚਲਾਇਆ ਜਾ ਸਕਦਾ ਹੈ? ਤੁਸੀਂ ਇੰਨਾ ਗਲਤ ਕੀਤਾ ਹੈ, ਇਸ ਲਈ ਤਾਂ ਉੱਥੇ ਬੈਠਣਾ ਪਿਆ। ਇਹ ਤੁਹਾਡੇ ਹੀ ਕਾਰਨਾਮਿਆਂ ਦਾ ਨਤੀਜਾ ਹੈ ਕਿ ਜਨਤਾ ਨੇ ਤੁਹਾਨੂੰ ਉੱਥੇ ਬਿਠਾਇਆ ਹੈ। ਅਤੇ ਇਸ ਲੋਕਤੰਤਰੀ ਤਰੀਕੇ ਨਾਲ ਦੇਸ਼ ਵਿੱਚ ਹਰੇਕ ਨੂੰ ਆਪਣੀ ਗੱਲ ਦੱਸਣ ਦਾ ਹੱਕ ਹੈ, ਲੇਕਿਨ ਝੂਠ ਅਤੇ ਅਫਵਾਹਾਂ ਫੈਲਾ ਕੇ, ਲੋਕਾਂ ਨੂੰ ਗੁੰਮਰਾਹ ਕਰਕੇ ਅਸੀਂ ਕੋਈ ਦੇਸ਼ ਦਾ ਭਲਾ ਨਹੀਂ ਕਰ ਸਕਾਂਗੇ। ਅਤੇ ਇਸ ਲਈ ਮੈਂ ਅੱਜ ਸੰਵਿਧਾਨ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਵਿਸ਼ੇਸ਼ ਰੂਪ ਨਾਲ ਤਾਕੀਦ ਕਰਦਾ ਹਾਂ, ਆਓ ਸੰਵਿਧਾਨ ਦਾ ਸਨਮਾਨ ਕਰੀਏ, ਆਓ ਮਿਲ ਬੈਠ ਕੇ ਦੇਸ਼ ਚਲਾਈਏ, ਆਓ ਦੇਸ਼ ਨੂੰ ਅੱਗੇ ਲੈ ਕੇ ਜਾਈਏ। $5 ਟ੍ਰਿਲੀਅਨ ਦੇ ਅਰਥਚਾਰੇ ਲਈ ਇੱਕ ਸੰਕਲਪ ਲੈ ਕੇ ਅਸੀਂ ਚੱਲੀਏ। ਆਓ ਦੇਸ਼ ਦੇ 15 ਕਰੋੜ ਪਰਿਵਾਰ ਜਿਨ੍ਹਾਂ ਨੂੰ ਪੀਣ ਦਾ ਸ਼ੁੱਧ ਪਾਣੀ ਨਹੀਂ ਮਿਲ ਰਿਹਾ, ਉਹ ਪਹੁੰਚਾਉਣ ਦਾ ਸੰਕਲਪ ਕਰੀਏ। ਆਓ ਦੇਸ਼ ਦੇ ਹਰ ਗਰੀਬ ਨੂੰ ਘਰ ਲੈਣ ਦੇ ਕੰਮ ਨੂੰ ਅਸੀਂ ਮਿਲ ਕੇ ਅੱਗੇ ਵਧਾਈਏ ਤਾਂ ਕਿ ਉਹਨਾਂ ਨੂੰ ਪੱਕਾ ਘਰ ਮਿਲੇ। ਆਓ ਦੇਸ਼ ਦੇ ਕਿਸਾਨ ਹੋਣ,
ਮਛੇਰੇ ਹੋਣ, ਪਸ਼ੂ ਪਾਲਕ ਹੋਣ, ਉਹਨਾਂ ਦੀ ਆਮਦਨ ਵਧਾਉਣ ਲਈ ਅਸੀਂ ਕੰਮਾਂ ਨੂੰ ਸਫਲਤਾਪੂਰਵਕ ਅੱਗੇ ਵਧਾਈਏ ਤੇ ਉਜਵਲ ਭਵਿੱਖ ਲਈ ਅਸੀਂ ਮਿਲ ਬੈਠ ਕੇ ਅੱਗੇ ਚੱਲੀਏ। ਇਸੇ ਲਈ ਇੱਕ ਭਾਵਨਾ ਨਾਲ ਮੈਂ ਮਾਣਯੋਗ ਰਾਸ਼ਟਰਪਤੀ ਜੀ ਦਾ ਅਨੇਕ ਅਨੇਕ ਧੰਨਵਾਦ ਕਰਦੇ ਹੋਏ ਮੈਂ ਆਪਣੀ ਰਚਨਾ ਨੂੰ ਵਿਰਾਮ ਦਿੰਦਾ ਹਾਂ। ਤੁਹਾਡਾ ਵੀ ਮੈਂ ਵਿਸ਼ੇਸ਼ ਤੌਰ 'ਤੇ ਆਭਾਰ ਪ੍ਰਗਟ ਕਰਦਾ ਹਾਂ।